ਸਾਰੇ ਸਾਰੇ ਬਹਿ ਜਾਓ ਪਰ ਕੁਰਸੀਆਂ ਭਰ ਦੀਆਂ ਸਾਰੀਆਂ ਪਿੱਛੇ ਵਾਲੀਆਂ ਜਿਹੜੀਆਂ ਥੋੜੀ ਸੀਨੀਅਰ ਹੋਣੀ ਕੋਈ बैठो भाई करना हो फेसबुक लाइव भी तो इंतजार करनी सारा कुछ रेडी कर मैं रास्ते से रखो पहुंच गए ले रहे हो पोस्टर भी बड़ी सेफ्टी है मेरा चलो ऑडियो ठीक है किन्होंने करने की कार्रवाई सुखा जी नहीं ਤੁਸੀਂ ਕਰੋ ਸਰ ਹਾਂਜੀ ਤੁਸੀਂ ਕਰੋ मैं करता मैं सारे करना दे नाले का करना चलो मैं शुक्र कर सुखा जी कितना चर मुझे आईडिया दस दे ਉਹ ਕੋਈ ਬਾਅਦ ਚ ਬਈ नहीं ये लाइव ही कर चलो ਕੋਈ ਨਹੀਂ ਲਾਈਵ चलो ठीक है ਬਾਅਦ ਲਾਈਵ ਲੈ करो करो ਲਾਈਵ कितना लगना टाइम तू रेडी है भाई हां रेडी दस के बाद उनका बन के चौवन ठीक है बाकी रेडी ਦੋ ਚੈਨਲ ਨੇ ਕਿਤੇ ये यार अलग ਮੈਂ ਪੀਟੀਸੀ ਵਾਲਾ ਹੈ ਕਾਲੀਆਂ ਦੇ ਆਲਾ ਹੁਣ ਤੇ ਕੀ ਚਲਾਉਂਦੇ ਚਲਾਉਂਦੇ ਆ ਯਾਰ ਉਹ ਤਾਂ ਬੱਲੇ ਬੱਲੇ ਸੀ ਚੱਕਰ ਪੈ ਗਿਆ ਸੌਂਗ ਵੀ ਬੱਲੇ ਬੱਲੇ ਹੀ ਉਹਦੇ ਚੱਲੀ ਇਸ ਕਿਹੜੇ ਬਣਨਾ ਹੁਣ वीडियो नहीं पर ये इन्हों का पर्सनल सर्च बढ़िया प्रेस ते आज दस दो भाई रेडी हो हाँ जी रेडी हाँ हाँ कर रही है ये मैं नंबर बटन इधर हूँ रेडी हाँ दब लो भाई रेडी रेडी जस्ट पंजाबी ਦੇ ਸਵਾਗਤ ਹੈ ਜੀ ਸਾਰਿਆਂ ਦਾ ਔਰ ਤੁਸੀਂ ਲਾਈਵ ਇਹ ਦੇਖ ਰਹੇ ਹੋ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਸ਼ੋਅ ਜਿਹੜੇ ਨੇ ਅਮਰੀਕਾ ਦੇ ਵਿੱਚ 2 ਸਾਲ ਬਾਅਦ ਲਗਭਗ ਹੋਣੇ ਸ਼ੁਰੂ ਹੋਏ ਨੇ ਤੇ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਹੋ ਰਹੇ ਨੇ ਸਾਰੇ ਸ਼ੋਅ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਪਰ ਅੱਜ ਮੈਂ ਜਿੱਥੇ ਖੜਾ ਬੇਕਰਸਫੀਲਡ ਦੇ ਵਿੱਚ ਇੱਕ ਪ੍ਰੈਸ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅਰਬ ਪੰਜਾਬੀ ਸ਼ੋਅ ਬਾਰੇ ਅਰਬ ਪੰਜਾਬੀ ਸ਼ੋਅ ਨਾਂ ਤੋਂ ਹੀ ਪਤਾ ਲੱਗ ਗਿਆ ਹੋਵੇਗਾ ਕਿ ਬੱਬੂ ਮਾਨ ਸਾਹਿਬ ਦੇ ਸ਼ੋਅ ਜਿਹੜੇ ਆ ਉਹ ਹੋ ਰਹੇ ਨੇ ਕੈਨੇਡਾ ਦੇ ਵਿੱਚ ਹੋ ਕੇ ਆਏ ਨੇ ਤੇ ਹੁਣ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋ ਜਾ ਰਹੇ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਇਥੋਂ ਪ੍ਰਮੋਟਰ ਜਿਹੜੇ ਹੈਗੇ ਨੇ ਮੇਨ ਰਮਨ ਸਿੱਧੂ ਸਾਹਿਬ ਤੇ ਨਾਲ ਬੇਕਰ ਸਟਰੀਟ ਦੇ ਪ੍ਰਮੋਟਰ ਬੇ ਏਰੀਏ ਤੋਂ ਜਿਹੜੇ ਪ੍ਰਮੋਟਰ ਆਏ ਨੇ ਫਰੈਂਡੋ ਤੋਂ ਸਾਰੇ ਇੱਥੇ ਹੈਗੇ ਨੇ ਤੇ ਨਾਲ ਕੁਝ ਪਤਵੰਤੇ ਸਤਿ ਸਾਡੇ ਨਾਲ ਹੈਗੇ ਨੇ ਸੋ ਮੈਂ ਬੱਬੂ ਮਾਨ ਜੀ ਵੀ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਸਾਡੇ ਦਰਸ਼ਕ ਦੇਖ ਸਕਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਇਹ ਹੁੰਦਾ ਕਿ ਵੀਜ਼ੇ ਲੱਗੇ ਨਹੀਂ ਲੱਗੇ ਸੋ ਮੈਂ ਗੱਲ ਕਰਦਾ ਜੀ ਰਮਨ ਸਿੱਧੂ ਜੀ
ਤੁਸੀਂ ਜਾਣਕਾਰੀ ਸ਼ੁਰੂ ਕਰ ਦਿਓ, ਉਸ ਤੋਂ ਬਾਅਦ ਪ੍ਰਵੀਨ ਉਹਨਾਂ ਨੂੰ ਜਾਣਕਾਰੀ ਦੇ ਕੇ ਤੇ ਫਿਰ ਮਾਨ ਸਾਹਿਬ ਨੂੰ ਅਸੀਂ ਨਾਲ ਸਵਾਲ ਪੁੱਛ ਲਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਆਪਣੇ ਕੈਲੀਫੋਰਨੀਆ ਦੇ ਵਿੱਚ ਸਾਰੇ ਜਿਹੜੇ ਸ਼ੋਅ ਆ ਸ਼ੁਰੂ ਹੋ ਰਹੇ ਹਨ। ਜੁਲਾਈ 9 ਨੂੰ ਪਹਿਲਾ ਸ਼ੋਅ ਆ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ, ਫਿਰ ਉਸ ਤੋਂ ਬਾਅਦ 15 ਜੁਲਾਈ ਨੂੰ ਰਿਵਰ ਸਾਈਡ ਦੇ ਵਿੱਚ, 16 ਨੂੰ ਬੇ ਏਰੀਆ ਤੇ 23 ਜੁਲਾਈ ਨੂੰ ਫ੍ਰਿਜ਼ਨੋ ਕੈਲੀਫੋਰਨੀਆ ਦੇ ਵਿੱਚ ਹੋਣ ਜਾ ਰਹੇ ਆ। ਸੋ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਹੁੰਚੋ। ਮਾਨ ਸਾਹਿਬ ਸਾਡੇ ਨਾਲ ਨੇ ਤੇ ਸ਼ੋਅ ਆ ਜਿਹੜੇ ਉਹ ਬੜੇ ਵਧੀਆ ਜਾਣੇ ਨੇ, ਸਿਕਿਉਰਿਟੀ ਆ ਜਿਹੜੀ ਉਹ ਪੂਰੇ ਇੰਤਜ਼ਾਮ ਆ। ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸ਼ੋਆਂ ਦੇ ਵਿੱਚ ਆਓ, ਘੁੰਮ ਕੇ ਪਹੁੰਚੋ ਜੀ। ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਜੀ ਬੇਕਰਸਫੀਲਡ ਵਾਲਾ ਸ਼ੋਅ ਪਹਿਲਾਂ, ਹਾਂਜੀ, ਤੇ ਬੇਕਰਸਫੀਲਡ ਵਾਲੇ ਦੋਸਤ ਮਿੱਤਰ ਜਿਹੜੇ ਆ ਉਹ ਤੁਸੀਂ ਆਪਣੀ ਜਾਣਕਾਰੀ ਦੇ ਦਿਓ। 9 ਜੁਲਾਈ ਨੂੰ ਇੱਥੇ ਸ਼ੋਅ ਜਿਹੜਾ ਹੋ ਰਿਹਾ ਬੇਕਰਸਫੀਲਡ ਦੇ ਵਿੱਚ, ਕਿੱਥੇ ਹੋ ਰਿਹਾ ਤੇ ਕਿਵੇਂ ਉਹਦਾ ਪ੍ਰੋਸੀਜਰ ਹੈਗਾ, ਟਿਕਟਾਂ ਦਾ ਕੀ ਪ੍ਰੋਸੀਜਰ ਹੈ, ਸਿਕਿਉਰਿਟੀ ਦਾ ਕੀ ਪ੍ਰੋਸੀਜਰ? ਹਾਂਜੀ, ਬੇਕਰਸਫੀਲਡ ਹੋ ਰਿਹਾ ਸ਼ੋਅ ਫੌਕਸ ਥੀਏਟਰ ਤੇ ਟਿਕਟਾਂ ਆਨਲਾਈਨ ਵੀ ਹੈਗੀਆਂ www.thebakersfieldfox.com। ਸੋ ਨਾਨਕ ਸਟੋਰ ਤੇ ਵੀ ਪਈਆਂ ਕੁਝ ਜਿਹਨੇ ਲੈਣੀ ਹੈ, ਤੇ ਬਾਕੀ ਫੈਮਿਲੀਜ਼ ਲਈ ਸਾਈਡ ਤੇ ਨੇ ਟਿਕਟਾਂ। ਅਸੀਂ ਸੈਪਰੇਟ ਏਰੀਆ ਕੀਤਾ ਵੀ ਫੈਮਿਲੀਜ਼ ਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਫੁੱਲ ਸਿਕਿਉਰਿਟੀ ਆ, ਅਸੀਂ ਐਕਸਟਰਾ ਸਿਕਿਉਰਿਟੀ ਬਾਹਰੋਂ ਲਈ ਆ ਫੈਮਿਲੀਜ਼ ਲਈ। ਸੋ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਤੁਸੀਂ ਦੇਖੋਗੇ ਇਸ ਵਾਰੀ ਸ਼ੋਅ ਸਾਰਾ ਫੁੱਲ ਜਾਊਗਾ ਬੇਕਰਸਫੀਲਡ ਦਾ, ਜਿਹੜਾ ਕਦੇ ਫੁੱਲ ਨਹੀਂ ਹੋਇਆ ਜੀ। ਇਸ ਤੋਂ ਬਾਅਦ ਸ਼ੋਅ ਦੀ ਜਿਹੜੀ ਗੱਲ ਕਰਦੇ ਹੈਗੇ ਆ ਫ੍ਰੈਜ਼ਨੋ ਨਹੀਂ ਬੇ ਏਰੀਆ, ਤੇ ਬੇ ਏਰੀਆ ਤੋਂ ਮਾਨ ਬ੍ਰਦਰਜ਼ ਜਿਹੜੇ ਹੈਗੇ ਨੇ ਉਹ ਪਹੁੰਚੇ ਹੋਏ ਨੇ ਜੀ ਬਕਾਇਦਾ, ਔਰ ਇਹ ਪਹਿਲਾ ਸ਼ੋਅ ਮੇਰੇ ਖਿਆਲ ਕਰਵਾ ਰਹੇ ਨੇ। ਪਰ ਉਤਸ਼ਾਹ ਬਹੁਤ ਜ਼ਿਆਦਾ ਉਤਸ਼ਾਹ ਤੇ ਚਾਅ ਨਾਲ ਬਹੁਤ ਜ਼ਿਆਦਾ ਇਹਨਾਂ ਨੂੰ ਸ਼ੋਅ ਦਾ। ਹਾਂਜੀ, ਤੁਸੀਂ ਜਾਣਕਾਰੀ ਦਿਓ ਜੀ ਬੇ ਏਰੀਆ ਦੇ ਸ਼ੋਅ ਬਾਰੇ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸੋ ਭਾਜੀ ਅਸੀਂ ਸ਼ੋਅ ਹੈਗਾ ਫਸਟ ਟਾਈਮ ਕਰਵਾ ਰਹੇ ਹਾਂ, ਪਰ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਅਸੀਂ ਸਟਾਰਟਿੰਗ ਜਿਹੜੀ ਹੈਗੀ ਬਿਲਕੁਲ ਟੌਪ ਤੋਂ ਕਰ ਰਹੇ ਹਾਂ। ਸੋ ਇਹ ਸਾਡੇ ਲਈ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ। ਸੋ ਦੂਸਰੀ ਗੱਲ ਜਿਹੜੀ ਅਸੀਂ ਉੱਥੇ ਹੈਗੀ ਜੋ ਸਾਡੀਆਂ ਸਹੂਲਤਾਂ ਹੈਗੀਆਂ, ਪਾਰਕਿੰਗ ਦਾ ਸਾਡਾ ਪੂਰਾ ਇੰਤਜ਼ਾਮ ਵਧੀਆ ਕੀਤਾ ਹੋਇਆ। ਬਾਕੀ ਟਿਕਟਾਂ ਵਗੈਰਾ ਆਨਲਾਈਨ ਵੀ ਹੈਗੀਆਂ ਵਾ, ਬਾਕਸ ਆਫਿਸ ਦੇ ਉੱਤੇ ਵੀ ਹੈਗੀਆਂ। ਸਿਕਿਉਰਿਟੀ ਦੀ ਕੋਈ ਉੱਥੇ ਹੈ ਨਹੀਂ, ਸਭ ਸਿਕਿਉਰਿਟੀ ਵੀ ਅਸੀਂ ਪੂਰੀ ਐਕਸਟਰਾ ਜ਼ਿਆਦਾ ਵੱਧ ਤੋਂ ਵੱਧ ਰੱਖੀ ਹੋਈ ਹੈ। ਸੋ ਜੋ ਵੀ ਮਤਲਬ ਵਧੀਆ ਤੋਂ ਵਧੀਆ ਜਾਨੀ ਸ਼ੋਅ ਦੀ ਅਸੀਂ ਕਰਾਂਗੇ ਆਪਣੇ ਕੰਨੀ, ਜੋ ਵੀ ਸਭ ਤੋਂ ਵਧੀਆ ਹੋਵੇ। ਥੈਂਕ ਯੂ। ਤੇ ਉਹਦੇ ਬਾਰੇ ਵੀ ਦੱਸ ਦਿਓ, ਸੋ ਐਡਰੈਸ ਜਿਹੜਾ ਹੈਗਾ ਉਹਨੂੰ ਦੱਸ ਦਿਓ, ਡਾਇਰੈਕਸ਼ਨ ਜਿਹੜੀ। ਫੌਕਸ ਥੀਏਟਰ ਹੈਗਾ ਆ ਰੈਡਵਰਡ ਸਿਟੀ ਦੇ ਵਿੱਚ ਹੈਗਾ ਆ। ਸੋ ਫੌਕਸ ਥੀਏਟਰ ਹੈਗਾ 101 ਤੇ ਜਿੱਦਾਂ ਆਪਣੇ 101 ਦੇ ਤੇ ਰੈਡਵਰਡ ਸਿਟੀ ਹੈ। ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ, ਬੇ ਏਰੀਆ ਹੈ ਬਹੁਤ ਵੱਡਾ ਵਾ। ਸੋ ਬੇ ਏਰੀਆ ਦੇ ਵਿੱਚ ਮੇਕ ਸ਼ੋਰ ਕਿ ਰੈਡਵਰਡ ਸਿਟੀ ਜਿਹੜੀ ਆਪਣੇ 101 ਤੇ ਆ, ਜਿਹੜੀ ਕਿ ਆਪਣੇ ਆਲਮੋਸਟ ਨੋਜੇ ਦੇ ਕੋਲ ਹੀ ਪੈ ਜਾਂਦੀ ਆ। ਸੋ ਕੋਈ ਵੀ ਜੇ ਤੁਹਾਨੂੰ ਕੋਈ ਵੀ ਐਨੀ ਇਨਫੋਰਮੇਸ਼ਨ ਤੁਹਾਡੇ ਫੋਨ ਨੰਬਰ ਉੱਤੇ ਦਿੱਤੇ ਹੋਏ ਨੇ, ਸੋ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਕੋਈ ਵੀ ਐਨੀ ਇਨਫੋਰਮੇਸ਼ਨ। ਜੀ, ਇਸ ਤੋਂ ਪਹਿਲਾਂ ਕਿ ਬੱਬੂ ਮਾਨ ਜੀ ਨਾਲ ਗੱਲਬਾਤ ਕਰੀਏ ਤੇ ਰਮਨ ਸਿੱਧੂ ਸਾਹਿਬ, ਤੁਸੀਂ ਆਪਣੇ ਫ੍ਰੈਜ਼ਨੋ ਵਾਲੇ ਤੇ ਰਿਵਰ ਸਾਈਡ ਵਾਲੇ ਸ਼ੋਅ ਦੀ ਜਾਣਕਾਰੀ ਦੇ ਦਿਓ। ਹਾਂਜੀ, ਫ੍ਰਿਜ਼ਨੋ ਦਾ ਸ਼ੋਅ ਆਪਣਾ 23 ਜੁਲਾਈ ਨੂੰ ਹੋਣ ਜਾ ਰਿਹਾ ਵਾ। ਉਹ ਹੈਗਾ ਸਰਾਇਨ ਥੀਏਟਰ ਦੇ ਵਿੱਚ, ਤੇ ਉੱਥੇ ਵੀ ਸਾਰੇ ਜਿਵੇਂ ਵੀਰ ਉਹਨਾਂ ਨੇ ਦੱਸਿਆ, ਮਾਨ ਬ੍ਰਦਰਸ ਨੇ, ਸਿਕਿਉਰਿਟੀ ਦੇ ਸਾਡੇ ਵੀ ਪੂਰੇ ਇੰਤਜ਼ਾਮ ਆ। ਫੈਮਲੀਜ਼ ਦੇ ਲਈ ਸੈਪਰੇਟ ਆ, ਐਂਡ ਟਿਕਟਿੰਗ ਆ ਜਿਹੜੀ ਸਾਰੀ ਆਨਲਾਈਨ ਆ, ਐਂਡ ਬਾਕਸ ਆਫਿਸ ਦੇ ਵਿੱਚ ਵੀ ਆ ਕੇ ਤੁਸੀਂ ਉੱਥੋਂ ਟਿਕਟਾਂ ਲੈ ਸਕਦੇ ਹੋ। ਤੇ ਜਿਹੜਾ 15 ਜੁਲਾਈ ਨੂੰ ਰਿਵਰ ਸਾਈਡ, ਜਿਹਨੂੰ ਆਪਾਂ LA ਵੀ ਕਹਿ ਦਿੰਦੇ ਆ, ਉੱਥੇ ਫੌਕਸ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਵਾ। ਉਹਦੀਆਂ ਟਿਕਟਿੰਗ ਆ ਜਿਹੜੀ ਆਨਲਾਈਨ ਆ, ਐਂਡ ਬਾਕਸ ਆਫਿਸ ਦੇ ਵਿੱਚ ਵੀ ਸਾਰੀਆਂ ਟਿਕਟਾਂ ਜਿਹੜੀਆਂ ਅਵੇਲੇਬਲ ਨੇ, ਉੱਥੇ ਵੀ ਆਪਾਂ ਲੈ ਸਕਦੇ ਜੀ। ਤੇ ਬੱਬੂ ਮਾਨ ਸਾਹਿਬ ਉਹਨਾਂ ਨਾਲ ਤੁਸੀਂ ਕੋਈ ਸਵਾਲ ਵੀ ਕਰਨਾ ਚਾਹੋ ਤਾਂ ਕਰ ਸਕਦੇ ਸਾਡੇ ਪਤਵੰਤੇ ਸੱਜਣ। ਤੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਜੀ ਕੈਲੀਫੋਰਨੀਆ ਦੇ ਵਿੱਚ। ਤੇ ਜੀ ਹਾਂਜੀ ਬੋਲੋ। ਮਾਨ ਸਾਹਿਬ ਜਿਵੇਂ ਦੱਸ ਦਿੱਤਾ ਪ੍ਰਮੋਟਰ ਸਾਹਿਬਾਨ ਨੇ ਕਿ ਸ਼ੋਅ ਹੋ ਰਹੇ ਨੇ ਔਰ ਬਹੁਤ ਵਧੀਆ ਹੁੰਗਾਰਾ ਜਿਹੜਾ ਮਿਲ ਰਿਹਾ, ਤੇ ਫਿਰ ਵੀ ਤੁਸੀਂ ਇਹਨਾਂ ਸ਼ੋਆਂ ਬਾਰੇ ਖਾਸ ਕੀ ਪਹਿਲੇ ਸ਼ੋਆਂ ਨੂੰ ਜਾਂ ਜਦੋਂ ਤੁਸੀਂ ਪਹਿਲਾਂ ਅਮਰੀਕਾ ਆਏ ਸੀਗੇ ਉਹਨਾਂ ਨਾਲੋਂ ਕੁਝ ਵੱਖਰਾ, ਕੁਝ ਹੋਰ ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਏ? ਦੇਖੋ, ਜਿਹੜੀ ਪਰਫਾਰਮੈਂਸ ਹੁੰਦੀ ਉਹ ਦੱਸ ਨਹੀਂ ਸਕਦੇ, ਉਹ ਤਾਂ ਜਦੋਂ ਆਪਾਂ ਜਾਂਦੇ ਹਾਂ ਉੱਥੇ ਜੀ ਉਦੋਂ ਹੀ ਹੁੰਦਾ। ਕਈ ਵਾਰੀ ਸਾਹਮਣੇ ਜਦੋਂ ਸੁਣਨ ਵਾਲੇ ਸੱਜਣ ਹੁੰਦੇ ਆ, ਕਈ ਵਾਰੀ ਸਟੂਡੈਂਟ ਜ਼ਿਆਦਾ ਹੁੰਦੇ ਆ, ਉਹਨਾਂ ਨੂੰ ਡਾਂਸ ਦਾ ਮਤਲਬ ਹੈ ਨੱਚਣਾ। ਪਰ ਜਦੋਂ ਕਈ ਵਾਰੀ ਬਜ਼ੁਰਗ ਹੁੰਦੇ ਆ ਜਾਂ ਪਰਿਵਾਰ ਆ, ਉਹਨਾਂ ਦੀ ਧਾਰਮਿਕ ਸੋਚ ਦੀ ਤਮੰਨਾ ਹੁੰਦੀ ਹੈ
ਜੀ। ਜਾਂ ਸਮਾਜਿਕ ਗੀਤ ਸੁਣ ਵੀ ਆਪਾਂ ਇਹ ਨਹੀਂ ਕਹਿ ਸਕਦੇ ਕੀ ਪਰਫਾਰਮ ਕਰਾਂਗੇ, ਮੌਕੇ ਤੇ ਪਤਾ ਲੱਗਦਾ। ਇਸ ਤੋਂ ਪਹਿਲਾਂ ਤੁਹਾਡੇ ਕੈਨੇਡਾ ਸ਼ੋਅ ਹੋਏ ਆ ਜੀ। ਤੇ ਰਿਸਪਾਂਸ ਉੱਤੇ ਤਾਂ ਬਹੁਤ ਵਧੀਆ ਸੀ। ਇੱਥੋਂ ਕਿੱਦਾਂ ਦੀ ਤੁਹਾਨੂੰ ਲੱਗਦਾ ਵਾ ਵੀ ਇਹ ਜਿੱਦਾਂ ਦਾ ਇਸ ਵੇਲੇ ਤਾਂ ਦੇਖੋ ਦੋ ਚੀਜ਼ਾਂ, ਮੈਂ ਨੈਟ ਤੋਂ ਬਹੁਤ ਦੂਰ ਹਾਂ, ਸਮਾਜਿਕ ਮੀਡੀਆ ਤੋਂ ਮੇਰੇ ਕੋਲ ਹੈ ਨਹੀਂ, ਮੇਰੇ ਫੋਨ 'ਚ ਵੀ ਹੈ ਨਹੀਂ। ਉਹੀ ਤਾਂ ਮੈਨੂੰ ਤਾਂ ਮੌਕੇ ਜਿਹਦੇ ਪਤਾ ਲੱਗੂ ਕੀ ਹੋਇਆ। ਮੈਨੂੰ ਤਾਂ ਵੀ ਜੇ ਤੁਸੀਂ ਵੀ ਮਾੜਾ ਮੋਟਾ ਚੰਗਾ ਬੋਲੋਗੇ ਮਹੀਨੇ ਬਾਅਦ ਹੀ ਪਤਾ ਲੱਗਦਾ। ਇਹਨਾਂ ਨੂੰ ਵੈਸੇ ਹੀ ਉਹ ਛੱਡਦਾ ਹੋਇਆ ਸਰ, ਇਸ ਕਰਕੇ ਚੰਗਾ ਪਿਆਰ ਮਿਲਦਾ। ਅਸਲ 'ਚ ਅਮਰੀਕਾ ਦੇਖੋ, ਕੈਨੇਡਾ ਕੀ ਹੈ ਨਾ, ਕੈਨੇਡਾ ਇੱਕ ਜਿਹੜਾ ਸ਼ਹਿਰ ਉਹਨਾਂ ਨੂੰ ਸਾਡੇ ਪੰਜਾਬੀ ਬਹੁਤ ਜ਼ਿਆਦਾ ਹੈ। ਇੱਥੇ ਮੈਂ ਦੇਖਿਆ ਸਬਰਬ ਹੈ ਛੋਟੇ ਛੋਟੇ ਸਕੈਟਰਡ, ਜਿੱਦਾਂ 4 ਘੰਟੇ ਦੇ ਇੱਕ ਹੋਰ ਟਾਊਨ ਆ, ਉੱਥੇ ਪੰਜਾਬੀ ਹੈ, ਫਿਰ 3 ਘੰਟੇ ਦੇ ਹੋਰ ਟਾਊਨ। ਇੱਥੇ ਵੀ ਸ਼ੋਅ ਦਾ ਉਹ ਬਣ ਸਕਦਾ ਜੇ ਕਿਤੇ ਇੱਕ ਮਤਲਬ ਵਿਚਕਾਰ ਕਿਤੇ ਜਿੱਦਾਂ ਤਿੰਨ ਸ਼ੋਅ ਹੋਣੇ, ਉਹਨਾਂ ਦੇ ਵਿਚਕਾਰ ਇੱਕ ਅੱਛਾ ਹਾਲ ਮਿਲ ਜੇ ਆਪਾਂ ਨੂੰ, ਕਿ ਜੇ ਸਾਰੇ ਪੰਜਾਬੀ ਮਦਾਦ ਕਰਨ, ਫਿਰ ਇਹਨਾਂ ਦਾ ਵੀ ਰੂਪ ਵੱਡਾ ਹੋ ਸਕਦਾ। ਪਰ ਕਿਉਂਕਿ ਹੁਣ ਟਾਊਨ ਟੂ ਟਾਊਨ ਹੈ, ਫਿਰ ਉੱਥੇ ਉਸੇ ਟਾਊਨ ਦੇ ਸੱਜਣ ਆਉਂਦੇ ਐਲਏ ਵਾਲੇ ਐਲਏ ਚਾਹੁੰਦੇ ਸੋ ਕੈਨੇਡਾ ਦਾ ਤੁਹਾਨੂੰ ਜਿਹੜਾ ਰਿਸਪਾਂਸ ਸੀਗਾ ਉਹ ਕਿੱਦਾਂ ਦਾ ਫੀਲ ਹੁੰਦਾ ਜਦੋਂ ਆਡੀਅנס ਆ ਕੇ? ਮੈਨੂੰ ਤਾਂ ਬਹੁਤ ਸਾਲ ਹੋ ਗਏ ਗਾਉਂਦੇ ਨੂੰ। ਮੇਰਾ ਤਾਂ ਕੰਮ ਹੈ, ਮੇਰੀ ਡਿਊਟੀ ਹੈ, ਗਾਉਣਾ ਹੀ ਪੈਣਾ ਮੈਨੂੰ। ਦੇਖੋ ਕੀ ਹੁੰਦਾ, ਮੰਨ ਲਓ ਹਾਲ 'ਚ 20,000 ਹੈ, ਮੈਂ ਤਾਂ ਵੀ ਗਾਉਣਾ। ਹਾਲ 'ਚ 100 ਬੰਦਾ, ਮੈਂ ਤਾਂ ਵੀ ਗਾਉਣਾ। ਮੇਰੀ ਇਹ ਡਿਊਟੀ ਲਾਤੀ। ਸੋ ਮੇਰਾ ਕੰਮ ਗਾਉਣਾ ਹੈ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਅਸੀਂ ਯੂਰਪ ਜਾਂਦੇ ਹਾਂ, ਉੱਥੇ ਬਹੁਤ ਛੋਟੇ ਸ਼ੋਅ ਵੀ ਕਹਿ ਸਕਦੇ 300 ਬੰਦੇ ਹੁੰਦੇ, 200 ਬੰਦੇ ਹੁੰਦਾ, ਬਟ ਪਰਫਾਰਮ ਕਰਦੇ। ਮਾਨ ਸਾਹਿਬ, ਮੈਂ ਰੇਡੀਓ ਪੰਜਾਬ ਵੱਲੋਂ ਸਵਾਲ ਪੁੱਛਦਾ। ਮੈਂ ਤੁਹਾਡਾ ਅੜਬ ਪੰਜਾਬੀ ਗਾਣਾ ਬਹੁਤ ਵਾਰ ਪਲੇ ਕੀਤਾ। ਵੈਸੇ ਇੱਕ ਸਾਈਕੀ ਹੈ ਸਾਡੀ ਪੰਜਾਬੀਆਂ ਦੀ, ਅਸੀਂ ਸਾਰੇ ਅੜਬ। ਜਿੰਨਾ ਤੁਸੀਂ ਰਾਪ ਪੰਜਾਬੀਜ਼ਮ ਨੂੰ ਡੂੰਘਾ ਚੁਣਿਆ, ਮੇਰਾ ਖਿਆਲ ਨਹੀਂ ਵੀ ਕੋਈ ਹੋਰ ਕਿਸੇ ਨੇ ਨੂੰ ਚੁਣਿਆ। ਤੁਸੀਂ ਅੰਦਰਲੇ ਪੰਜਾਬੀ ਨੂੰ ਜਾਣਦੇ, ਇਸੇ ਕਰਕੇ ਹੀ ਹਰ ਏਜ ਫੈਕਟਰ ਦੇ ਜਿਹੜੇ ਸਰੋਤੇ ਆ ਉਹ ਤੁਹਾਨੂੰ ਸੁਣਨਾ ਪਸੰਦ ਕਰਦੇ ਨੇ। ਬੱਬੂ ਮਾਨ ਪੁਰਾਣਾ ਨਹੀਂ ਹੁੰਦਾ। ਤੁਹਾਨੂੰ ਪਤਾ ਵੀ ਤੁਸੀਂ 15 ਸਾਲ ਪਹਿਲਾਂ ਇੱਥੇ ਆਏ ਸੀ। ਜੀ ਜੀ। ਉਸ ਤਰ੍ਹਾਂ ਹੀ ਫਰੈਸ਼ ਬੱਬੂ ਹੈ। ਇਹੀ ਪੰਜਾਬੀਆਂ ਨੂੰ ਚਾਹੀਦਾ। ਪਿਆਰ ਹੈ ਜੀ ਤੁਹਾਡਾ। ਮੈਨੂੰ ਲੱਗਦਾ ਕਿ ਸੰਗੀਤ ਨੂੰ ਦੋ ਚੀਜ਼ਾਂ ਜੀ। ਦੇਖੋ, ਮਸ਼ਹੂਰ ਹੋਣਾ ਸੌਖਾ ਹੈ, ਮਸ਼ਹੂਰੀ ਦਾ ਤੁਹਾਡਾ ਕਿਸ ਮਾਪਦੰਡ ਨਾਲ ਤੁਸੀਂ ਅੱਗੇ ਗਏ। ਮੰਨ ਲਓ ਇੱਕ ਦੁਕਾਨ ਹੈ, ਇੱਕ ਦੁਕਾਨ ਵਾਲਾ ਧੂਪ ਵੇਚਦਾ, ਲੋਕ ਉੱਥੋਂ ਖੁਸ਼ਬੂ ਲੈ ਕੇ ਜਾਂਦੇ ਆ। ਇੱਕ ਦੁਕਾਨ ਵਾਲਾ ਤੰਬਾਕੂ ਵੇਚਦਾ, ਉਹ ਪੈਸਾ ਵੀ ਜ਼ਿਆਦਾ ਹੁੰਦਾ। ਸੋ ਇਹ ਤਾਂ ਅਲੱਗ-ਅਲੱਗ ਵਿਧੀਆਂ, ਉਹ ਤੁਹਾਨੂੰ ਜ਼ਿਆਦਾ ਕਮਾ ਲੈਂਦਾ, ਪਰ ਸੰਤੁਸ਼ਟੀ ਦੂਜੇ ਨੂੰ ਜ਼ਿਆਦਾ ਹੁੰਦੀ ਹੈ। ਐਸੇ ਤਰ੍ਹਾਂ ਮੈਨੂੰ ਲੱਗਦਾ ਕਿ ਤੁਹਾਡੀ ਚਾਹਤ ਕਿਸ ਤਰ੍ਹਾਂ ਦੀ ਹੈ, ਤੁਹਾਨੂੰ ਚਾਹਣ ਵਾਲੇ ਆ, ਕੀ ਉਹਨਾਂ ਦੇ ਕੰਨ 'ਚ ਰਸ ਹੈਗਾ, ਕੀ ਉਹਨਾਂ ਨੂੰ ਪਤਾ ਵੀ ਆਵਾਜ਼ ਕੀ ਹੁੰਦੀ ਹੈ, ਸੁਰ ਸਾਜ਼ ਕਿਆ ਹੁੰਦਾ ਹੈ, ਸ਼ਬਦਾਂ ਦੀ ਡੂੰਘਾਈ ਕੀ ਹੁੰਦੀ ਹੈ। ਸੋ ਇਸ ਤਰ੍ਹਾਂ ਹਰ ਕਲਾਕਾਰ ਜਦੋਂ ਗਾਉਣਾ ਸ਼ੁਰੂ ਕਰਦਾ, ਉਹ ਆਪਣੇ ਵਰਗੇ ਨੂੰ ਲੱਭਣੇ ਪੈਣੇ ਆ ਸਰੋਤੇ, ਜਿਨ੍ਹਾਂ ਨੂੰ ਉਹ ਸੁਣਾ ਸਕੇ। ਸਾਰਿਆਂ ਨੂੰ ਪਸੰਦ ਕਰਦੇ। ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਇੱਕ ਕਿਸਾਨ ਦੇ ਪੁੱਤਰ ਹੋ ਜੀ। ਜਿਹੜਾ ਪੰਜਾਬ ਹੈ ਉਹ ਸਾਰੇ ਕਿਸਾਨ ਹੈ। ਜਿਹੜਾ ਜੱਟ ਲਫ਼ਜ਼ ਹੈ ਉਹਦੀ ਕੋਈ ਅਜੇ ਤੱਕ ਟ੍ਰਾਂਸਲੇਸ਼ਨ ਨਹੀਂ ਕਰ ਸਕਿਆ। ਜੱਟ ਨਸਲ ਹੈ ਅਮਰੀਕਾ ਦੀ ਦੁਨੀਆ ਦੇ ਵਿੱਚ, ਤੇ ਅਸੀਂ ਸਾਰੇ ਆਪਣੇ ਆਪ ਨੂੰ ਕਿਸਾਨ ਕਹਿ ਕੇ ਫਖਰ ਕਰਦੇ ਹਾਂ। ਜੀ ਜੀ। ਤੁਸੀਂ ਉਹ ਜਿਹੜੀ ਫਿਲਮ ਹੈ ਉਹ ਭੜੀ ਹੈ ਪਿਛਲੇ 20 ਸਾਲਾਂ 'ਚ। ਮਾਣ ਹੈ ਕਿਸਾਨ ਨੂੰ ਤੁਹਾਡੇ ਉੱਤੇ। ਨਹੀਂ ਦੇਖੋ, ਜਿਸ ਕੋਣਵੇ 'ਚ ਆਪਾਂ ਜੰਮੇ ਆ ਉਹਦੀ ਤਾਰੀਫ ਕਰਨਾ ਸਾਡਾ ਫਰਜ਼ ਹੈ, ਔਰ ਜਿੱਥੇ ਤੁਹਾਡੀ ਆਸਥਾ ਹੈ ਉਹਦੀਆਂ ਗੱਲਾਂ ਕਰਨੀਆਂ ਤੁਹਾਡਾ ਫਰਜ਼ ਬਣਦਾ ਹੈ। ਸੋ ਮੈਨੂੰ ਲੱਗਦਾ ਕਿ ਨੌ ਪਿੱਛੇ ਹੁਣ ਆਪਾਂ ਸਾਰੇ ਸਿੰਘ ਲਾ ਲੈਂਦੇ ਹਾਂ। ਮੈਂ ਤਾਂ ਵਾਲ ਕੱਟਿਆ, ਤੁਸੀਂ ਵੀ ਕੱਟਿਆ, ਤੁਸੀਂ ਸਿੱਖ ਹੋ, ਗੁਰਸਿੱਖ, ਤੁਸੀਂ ਤੁਹਾਡੇ ਪੂਰਾ ਬਾਣ ਹੈ। ਪਰ ਜੇ ਸਿੱਖੀਜ਼ਮ ਦੀ ਭਾਸ਼ਾ ਜਾਣਿਆ, ਫਿਰ ਗੁਰੂ ਸਾਹਿਬ ਦੇ ਜਿਹੜੇ ਕਕਾਰਾਂ ਦੇ ਤਾਂ ਫਿਰ ਉਹ ਗੋਲ ਦਸਤਾਰ ਹੈ। ਫਿਰ ਸਾਡੀਆਂ ਪੱਗਾਂ ਆਮ ਤੌਰ ਤੇ ਪਿੰਡਾਂ 'ਚ ਮੁੰਡੇ ਪੱਗ ਬੰਨ ਲੈਂਦੇ ਆ, ਉਹ ਪਟਿਆਲਾ ਜਾਂ ਜਿਹੜੀਆਂ ਫੁਲਕੀਆਂ ਮਿਸਲਾਂ ਤੋਂ ਪ੍ਰਭਾਵਿਤ ਪੱਗ ਹੁੰਦੀ ਹੈ। ਬਟ ਜਿਹੜੀ ਗੁਰੂ ਸਾਹਿਬ ਵਾਲੀ ਆ, ਉਹ ਜਿਹੜਾ ਦਮਾਲਾ ਸਜਾਉਣਾ ਨਿਹੰਗ ਸਿੰਘ। ਸੋ ਜਦੋਂ ਆਪਾਂ ਵਿਚਰਦੇ ਹਾਂ ਕੰਮ ਕਰਨਾ, ਫਿਰ ਆਪਾਂ ਜਦੋਂ ਅਲੱਗ-ਅਲੱਗ ਕੰਮ ਕਰਦੇ ਹਾਂ, ਫਿਰ ਹਰ ਵਰਗ ਤੁਹਾਨੂੰ ਪਿਆਰ ਕਰਦਾ ਹੈ। ਹੁਣ ਬਹੁਤ ਲੋਕ ਕਹਿੰਦੇ ਸੰਗੀਤ ਨਹੀਂ ਸੁਣਦੇ ਕਿਉਂਕਿ ਉਹ ਆਸਤਿਕ ਲੋਕ ਹੁੰਦੇ ਆ, ਉਹ ਸਵੇਰ ਸ਼ਾਮ ਗੁਰੂ ਘਰੇ ਜਾਣਾ, ਉਹਨਾਂ ਨੂੰ ਫਿਰ ਸ਼ਬਦ ਚਾਹੀਦੇ ਹੋਣਗੇ ਜਾਂ ਉਹਨਾਂ ਨੂੰ ਕਿਸੇ ਸਿੱਖੀਜ਼ਮ ਨਾਲ ਜੁੜੇ ਗਾਣੇ ਚਾਹੀਦੇ। ਸ਼ਾਇਦ ਇਹਨਾਂ ਚੀਜ਼ਾਂ ਨੇ ਮੈਨੂੰ ਪ੍ਰੇਰਿਆ ਅਲੱਗ-ਅਲੱਗ ਵਰਨਗੀਆਂ 'ਚ ਲਿਖਣ ਲਈ।
ਇਹੀ ਕਾਰਨ ਹੈ ਵੀ ਤੁਸੀਂ ਜਿੰਨੀ ਦੇਰ ਕਿਸਾਨ ਅੰਦੋਲਨ ਚੱਲਿਆ ਜੀ ਤੁਸੀਂ ਉੱਥੇ ਆਪ ਰਹੇ ਹੋ ਜੀ ਤੇ ਬਿਲਕੁਲ ਜਿਵੇਂ ਤੁਹਾਡਾ ਉੱਥੇ ਦਿਲ ਲੱਗਦਾ ਹੋਵੇ ਉਹਨਾਂ ਬਜ਼ੁਰਗਾਂ ਦੇ ਨਾਲ ਲੰਗਰ ਵਰਤਾਇਆ ਬਣਾਇਆ। ਅਸਲ 'ਚ ਜਿਹੜੀ ਸਾਡੇ ਪੰਜਾਬ ਦੇ ਬਹੁਤੇ ਯੂਟਿਊਬਰ ਸੀ ਨਾ, ਉਹਨਾਂ 'ਚ ਕੁਝ ਤਾਂ ਬਹੁਤ ਅੱਛੇ ਸੀ ਜਿਹੜੇ ਜੋੜਦੇ ਸੀ ਅੰਦੋਲਨ ਨੂੰ, ਪਰ ਬਹੁਤ ਐਸੇ ਚੈਨਲ ਸੀ ਜਿਨ੍ਹਾਂ ਨੇ ਤੋੜਨ ਦਾ ਹੀ ਕੰਮ ਕਰਿਆ ਉੱਥੇ। ਔਰ ਇਹ ਪਾੜਾ ਇੰਨਾ ਵਧਾਤਾ ਸੀ ਕਿ ਅਖੀਰ ਕੁਝ ਕਬੱਡੀ ਵਾਲੇ ਹੋ ਗਏ ਮੁੰਡੇ, ਕੁਝ ਦੁਆਬਾ ਯੂਨੀਅਨ ਵਾਲੇ, ਉੱਥੇ ਵੀ ਇਹ ਗੈਪ ਪੈ ਗਿਆ ਸੀ। ਕੁਝ ਲੋਕ ਕਮਿਊਨਿਜ਼ਮ ਵਿਚਾਰਧਾਰਾ ਵਾਲੇ ਸੀ, ਕੁਝ ਸਿੱਖੀਜ਼ਮ ਨਾਲ ਜੁੜੇ ਹੋਏ ਸੀ। ਉਹ ਫਿਰ ਉਸ ਗੈਪ ਨੂੰ ਮਿਟਾਉਣ ਲਈ ਫਿਰ ਅਸੀਂ ਭਗਤ ਸਿੰਘ ਸਾਹਿਬ ਉਹਨਾਂ ਦੇ ਪਿੰਡੇ ਸਾਰੇ ਇਕੱਠੇ ਜੋੜੇ, ਪੰਥਕ ਜਿੰਨੇ ਵੀ ਸੀ ਸਾਰੇ, ਸਾਡੇ ਆਪਣੇ ਸੱਜਣ ਸੀ ਬਹੁਤ ਨੇੜਿਓਂ, ਫਿਰ ਕਿਸਾਨ ਯੂਨੀਅਨ, ਫਿਰ ਉਹ ਦੁਬਾਰਾ ਹੰਬਲਾ ਮਾਰ ਕੇ ਫਿਰ ਤੋੜੇ। ਉਸ ਤੋਂ ਬਾਅਦ ਫਿਰ ਸ਼ਾਇਦ ਪਾੜ ਨਹੀਂ ਗਿਆ। ਕੀ ਕਾਰਨ ਹੈ ਬਈ ਤੁਹਾਡੀ ਕਦੇ ਵੀ ਜਿੰਨਾ ਸਾਡੀ ਸਿੰਗਿੰਗ ਇੰਡਸਟਰੀ ਹੈ ਉਹਦੇ ਵਿੱਚ ਬਹੁਤ ਸਾਰੇ ਗੀਤ ਹੈ ਜਿੱਥੇ ਬੱਬੂ ਮਾਨ ਹੁੰਦਾ, ਲਿਖਣ ਵਾਲਾ ਲਿਖ ਕੇ ਖੁਸ਼ ਹੁੰਦਾ, ਗਾ ਕੇ ਖੁਸ਼ ਹੁੰਦਾ, ਸਟੇਜ ਤੇ ਜ਼ਿਕਰ ਕਰਕੇ। ਬੱਬੂ ਮਾਨ ਚਾਹੇ ਦੀ ਕਿਹੜੀ ਸਿਫਤ ਹੈ ਵੀ ਮੋਸਟ ਸਿੰਗਰ ਰਾਈਟਰ ਸਾਰੇ ਹੀ ਬੱਬੂ ਮਾਨ ਚਾਹੁੰਦੇ ਨੇ। ਤੁਸੀਂ ਇਹ ਕੀ ਬੀਜ ਬੀਜਿਆ ਇੰਨੇ ਸਾਲਾਂ 'ਚ? ਬੱਬੂ ਮਾਨ ਪੁਰਾਣਾ ਹੁੰਦਾ ਹੀ ਨਹੀਂ ਕਦੇ। ਚਲੋ ਰੱਬ ਕਰੇ ਵੀ ਜਿੰਨਾ ਚਿਰ ਆਪਾਂ ਕਹਿੰਦੇ ਪਰਮਾਤਮਾ ਸਾਹਿਬ ਆਖਦਾ ਆਪਾਂ ਕੰਮ ਕਰੀਏ, ਲਗਨ ਲੱਗੀ ਰਹੇ। ਪਤਾ ਨਹੀਂ ਕਈ ਚੀਜ਼ਾਂ ਧਾਰਨਾ ਤੋਂ ਉਲਟ ਕਰੀਏ ਸ਼ਾਇਦ। ਹਸ਼ਰ ਫਿਲਮ ਦੇ ਵਿੱਚ ਕੁੱਟ ਖਾਣ ਵਾਲਾ ਬੱਬੂ, ਹਾਂਜੀ, ਤੇ ਜੇ ਉਹਦੇ ਤੇ ਕੋਈ ਸ਼ੱਕ ਕਰਦਾ ਹੈ ਬਈ ਬੱਬੂ ਸਿੱਖ ਭਗਤੀ ਦੇ ਪਿੱਛੇ ਹੈ, ਅਸੀਂ ਸਾਰੇ ਸਿੱਖ ਹਾਂ ਜੀ ਜੀ ਤੇ ਜਿਹੜਾ ਤਿਆਰ ਹੋ ਰਿਹਾ ਕਿਤੇ ਪਹਿਲੇ ਕੋਈ PhD ਨਹੀਂ ਕਰ ਲੈਂਦਾ ਜੀ ਤੇ ਸ਼ੱਕ ਕਰਦਾ ਹੈ, ਮੈਨੂੰ ਲੱਗਦਾ ਉਹ ਤੋਂ ਘਟੀਆ ਬੰਦਾ ਕੋਈ। ਦੇਖੋ ਮੈਂ ਆਪਣੇ ਬਾਰੇ ਤਾਂ ਮੈਂ ਕਦੇ ਸਿੱਖ ਮੈਨੂੰ ਮੈਂ ਚਾਹੁੰਦਾ ਹੀ ਨਹੀਂ ਮੇਰੀ ਹੋਵੇ। ਪਰ ਦੇਖੋ ਕੀ ਹੁੰਦਾ, ਤੁਸੀਂ ਆਪਣਾ ਕਰਮ ਕਰਨਾ, ਤੁਸੀਂ ਆਪਦਾ ਬੀਜ ਤੇ ਜਾਣਾ, ਆਪਣਾ ਕਰਮ ਕਰਨਾ। ਅੱਜ ਕੱਲ੍ਹ ਨਾ ਇੱਕ ਹੋਰ ਸਿਸਟਮ ਚੱਲ ਰਿਹਾ ਹੈ, ਸਮਾਜਿਕ ਮੀਡੀਆ ਦੀ ਇੱਕ ਬਦਕਿਸਮਤੀ ਹੈ। ਲੋੜ ਤੋਂ ਜ਼ਿਆਦਾ ਆਜ਼ਾਦੀ ਖਤਰਨਾਕ ਹੁੰਦੀ ਹੈ। ਸਾਡਾ ਮੁਲਕ ਹੈ ਜਿਹੜਾ ਉਹ ਦੁਨੀਆ ਦੀ ਸਭ ਤੋਂ ਵੱਡੀ ਕਹਿੰਦੇ ਵੀ ਡੈਮੋਕ੍ਰੇਸੀ ਉੱਥੇ ਹੈ, ਪਰ ਸਭ ਤੋਂ ਵੱਧ ਚੋਰੀਆਂ ਚਕਾਰੀਆਂ ਵੀ ਉੱਥੇ ਹਨ, ਲੁੱਟਾਂ ਖੋਹਾਂ ਵੀ ਉੱਥੇ ਹਨ, ਹੋਰ ਵੀ ਜਿਹੜੀਆਂ ਘਟਨਾਵਾਂ ਉੱਥੇ ਸਭ ਤੋਂ ਵੱਧ ਹੁੰਦੀਆਂ ਤੇ ਦੁਬਈ 'ਚ ਕਦੇ ਹੁੰਦੀਆਂ ਨਹੀਂ। ਤਾਂ ਮੈਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਜਿਹੜੀ ਆਜ਼ਾਦੀ ਸਮਾਜਿਕ ਮੀਡੀਆ ਦੀ ਹੈ ਨਾ, ਕਿਸੇ ਨੂੰ ਵੀ ਕੁਝ ਵੀ ਬੋਲ ਦੇਣਾ। ਹੁਣ ਤੁਸੀਂ ਵੈਸੇ ਕੁਝ ਵੀ ਨਾ ਕਰੋ, ਤੁਸੀਂ ਚੰਗੇ ਵਿਚਾਰ ਹੀ ਪੇਸ਼ ਕਰ ਦਿਓ ਵੀ ਭਾਈ ਸਦਾ ਸੱਚ ਬੋਲੋ, ਜਾਂ ਤੁਸੀਂ ਸਭ ਨੂੰ ਪਿਆਰ ਕਰੋ, ਸਮਾਜ ਨੂੰ ਜੋੜੋ ਤੋੜੋ ਨਾ ਸਮਾਜ। ਤੇ ਤੁਸੀਂ ਆਪ ਦੀ ਪਾ ਕੇ ਕਲਿੱਪ ਚੱਲ ਜਾਓ, ਸ਼ਾਮ ਤੱਕ 10-20 ਤਾਂ ਗਾਲਾਂ ਕੱਢ ਜਾਣਗੇ। ਸੋ ਕਿਉਂਕਿ ਬਹੁਤ ਖਮਿਆਰ ਕਰ ਗਿਆ, ਬੁੱਧੀਵਾਨ ਹੋਣਾ ਬਹੁਤ ਵਧੀਆ। ਸਾਡੇ ਜਿਹੜੇ ਆ ਨਾ ਸਮਾਜਿਕ ਮੀਡੀਆ ਤੇ ਅਸੀਂ ਦੇਖੋ, ਜਦੋਂ ਆਪਾਂ ਗੁਰੂ ਘਰੇ ਜਾਂਦੇ ਹਾਂ ਫਿਰ ਉੱਥੇ ਤਾਂ ਬਹਾਲੀ ਨਹੀਂ ਸਿੱਖ ਕੇ ਆਉਂਦੇ, ਪਰ ਜਦੋਂ ਅਸੀਂ ਸਮਾਜਿਕ ਮੀਡੀਆ ਤੇ ਜਾਂਦੇ ਹਾਂ ਤਾਂ ਸਾਡੇ ਜਿੰਨਾ ਪ੍ਰਾਊਡ ਕਿਤੇ ਨਹੀਂ। ਫਿਰ ਅਸੀਂ ਕਹਿੰਦੇ ਵੀ ਪਿੱਛੇ ਹਟਦੇ ਨਾ, ਹਰ ਬੰਦੇ ਨੂੰ ਜਵਾਬ ਦੇਣ ਨੂੰ ਕਾਹਲਾ ਹੋਇਆ ਪਿਆ। ਤੁਸੀਂ ਦੇਖੋ ਵੀ ਫੇਸਬੁੱਕ ਦਾ ਸ਼ੇਅਰ ਇੰਨਾ ਗਿਰ ਗਿਆ, ਮੈਨੂੰ ਲੱਗਦਾ ਹੁਣ ਹੌਲੀ ਅੱਜ ਤੋਂ 15 ਸਾਲ ਜਾਂ 5-4 ਸਾਲ ਪਹਿਲਾਂ ਜਦੋਂ ਕੋਈ ਫੇਸਬੁੱਕ ਤੇ ਕੋਈ ਚੀਜ਼ ਪਾਉਂਦਾ ਸੀ ਤਾਂ ਥੱਲੇ ਬਹੁਤ ਲੰਬੀ ਲਾਈਨ ਹੁੰਦੀ ਸੀ ਉਹਦੀ ਦੇਖਣ ਵਾਲਿਆਂ ਦੀ। ਹੁਣ ਤੁਸੀਂ ਦੇਖ ਲਓ ਵੀ 10 ਬੰਦੇ ਹੁਣ ਦੇਖੀ ਜਾਂਦੇ। ਕਿਉਂ? ਕਿਉਂਕਿ ਉਹਦਾ ਮਿਆਰ ਗਿਰਨ ਲੱਗ ਗਿਆ। ਹੌਲੀ ਅਸੀਂ ਇੰਨਾ, ਮੈਨੂੰ ਲੱਗਦਾ ਵੀ ਸਾਰਾ ਦਿਨ ਅਸੀਂ ਧਰਮ ਕਰਨ ਦੀਆਂ ਗੱਲਾਂ ਕਰਦੇ ਹਾਂ ਤੇ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਕੁਦਰਤ ਨੇ 2 ਕੰਨ ਦਿੱਤੇ, 1 ਮੂੰਹ ਦਿੱਤਾ ਵੀ ਘੱਟ ਬੋਲੋ ਵੱਧ ਸੁਣੋ, ਪਰ ਅਸੀਂ ਬੋਲਦੇ ਜ਼ਿਆਦਾ ਸੁਣਦੇ ਘੱਟ। ਮਾਨ ਸਾਹਿਬ ਆਪਣੇ USA 'ਚ ਕਿੱਥੇ ਹੈਗੇ ਨੇ ਜਿਹੜਾ USA ਟੂਰ ਦੇ ਵਿੱਚ? ਜਿੱਥੇ ਮਰਜ਼ੀ ਲੈ ਜਾਓ, ਹੁਣ ਅਸੀਂ ਆਏ ਉਧਰ ਕਰਿਆ, ਇੱਧਰ ਚੱਲ ਜਾਣੇ, ਇੱਧਰ ਨਿਕਲ ਜਾਣਾ। ਨਿਊਯਾਰਕ ਵਾਲਾ ਤੇ ਉਹਦੇ ਵਾਲਾ ਵਰਜੀਨੀਆ ਵਾਲਾ ਰਹਿ ਗਿਆ ਜੀ ਉਧਰ। ਚਲੋ ਹਾਂਜੀ ਭਾਈ ਬੱਬੂ, ਆਪਣਾ ਜਿਹੜੀ ਆਪਾਂ ਹੁਣੇ ਕਿਸਾਨ ਯੂਨੀਅਨ ਦੀ ਗੱਲ ਕੀਤੀ, ਮੇਰਾ ਮੰਨਣਾ ਵਾ ਕਿ ਜਿਹੜਾ ਸੰਗੀਤ ਆ ਨਾ ਜੀ, ਸੰਗੀਤ ਦੇ ਰਾਹੀਂ ਜਿਹੜਾ ਮੈਸੇਜ ਆ ਉਹ, ਕਿਉਂਕਿ ਆਪਣੇ ਗੁਰੂ ਸਾਹਿਬ ਦੇ ਫਲਸਫਾ ਸੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦੇਖੋ ਸੰਗੀਤ ਦੇ ਰਾਹੀਂ ਮੈਸੇਜ, ਕਿਉਂਕਿ ਜਿਹੜਾ ਸੰਗੀਤ ਦੇ ਨਾਲ ਮੈਸੇਜ ਤੁਸੀਂ ਬਹੁਤ ਹੀ ਜ਼ਿਆਦਾ ਕਹਿ ਦਈਏ ਕਨਵੀਨੀਅੰਟ ਦੇਣਾ ਤੇ ਪਲੱਸ ਇਫੈਕਟਿਵਲੀ ਕਨਵੇ ਕਰ ਸਕਦੇ ਹਾਂ ਜੀ। ਤੇ ਤੁਹਾਡੇ ਜਿਹੜੇ ਗੀਤ ਨੇ ਉਹਨਾਂ ਦੇ ਵਿੱਚ ਵੀ ਲਾਈਕ ਸਾਡਾ ਤੁਹਾਡੇ ਨਾਲ ਪਿਆਰ ਦਾ ਕਾਰਨ ਵੀ ਇਹ ਹੈ, ਤੁਹਾਨੂੰ ਪਬਲਿਕ ਇਸੇ ਲਈ ਪਿਆਰ ਕਰਦੀ ਹੈ ਕਿਉਂਕਿ ਜਿਹੜਾ ਇੱਕ
ਗਾਉਣ ਲਈ ਨਹੀਂ ਤੁਸੀਂ ਗਾਉਂਦੇ, ਤੁਸੀਂ ਇੱਕ ਮੈਸੇਜ ਕਨਵੇ ਕਰਨ ਲਈ ਗਾਉਂਦੇ ਹੋ। ਉਹ ਜਿਹੜੀ ਸਾਨੂੰ ਰਣਨੀਤੀ ਬਹੁਤ ਵਧੀਆ ਥੋੜੀ ਲੱਗਦੀ ਆ। ਕਿਉਂਕਿ ਬਾਕੀ ਇੱਕ ਗੱਲ ਹੈ ਕਿ ਜਿਹੜੀ ਵੀ ਡੈਮੋਕ੍ਰੇਸੀ ਮੈਨੂੰ ਆਪਦੀ ਜੌਬ ਦੇ ਸਿਲਸਿਲੇ ਦੇ ਵਿੱਚ ਮੈਨੂੰ ਬਹੁਤ ਕੰਟਰੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਹੁਣ ਸਾਊਦੀ ਅਰਬ ਗਏ, ਉੱਥੇ ਉਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਲਾ ਦੀ ਇੱਕ ਵੈਲਿਊ ਹੈ, ਉਹਦੀ ਇੰਪੋਰਟੈਂਸ ਆ ਕਿ ਵੀ ਜੇ ਆਹ ਲਾ ਤੋਂ ਤੁਸੀਂ ਇੱਧਰ ਹੋ ਕੇ ਤਾਂ ਤੁਹਾਨੂੰ ਬਖਸ਼ਣ ਨਹੀਂ ਆਉਣਾ। ਆਪਣੇ ਸਿਸਟਮ 'ਚ ਆਪਣੀ ਜਿਹੜੀ ਇੰਡੀਆ ਦੀ ਡੈਮੋਕ੍ਰੇਸੀ ਦੇ ਵਿੱਚ ਕੀ ਆ ਕਿ ਲੂਪ ਹੋਲ ਪਤਾ ਨਹੀਂ ਉਹ ਜਾਣ ਬੁੱਝ ਕੇ ਛੱਡੇ ਪਏ ਨੇ, ਤੇ ਉਹ ਇੰਨੇ ਕੁ ਜ਼ਿਆਦਾ ਲੂਪ ਹੋਲ ਨੇ ਕਿ ਡੈਮੋਕ੍ਰੇਸੀ ਹੈ ਹੀ ਨਹੀਂ ਹੈਗੀ। ਉਹ ਜਿਨ੍ਹਾਂ ਦੇ ਹੱਥ 'ਚ ਪਾਵਰ ਆ ਬਸ ਉਹਨਾਂ ਕੋਲ ਹੀ ਆ ਸਾਰਾ ਕੁਝ। ਅੰਗਰੇਜ਼ ਛੱਡ ਕੇ ਗਏ ਸੀ ਨਾ, ਸੱਤਾ ਦਾ ਪਰਿਵਰਤਨ ਹੋਇਆ ਸੀ ਹੈ ਨਾ, ਉਹ ਰੀਲੀਜ਼ ਆਊਟ ਹੈ। ਉਹ ਬਹੁਤੀਆਂ ਚੀਜ਼ਾਂ ਤਾਂ ਫਿਰ ਉਹ ਹੀ ਕਰਕੇ ਆਪਦੇ ਹਿਸਾਬ ਨਾਲ, ਔਰ ਉਦੋਂ ਤੋਂ ਅੱਜ ਦੇ ਸਮਾਜ ਦਾ ਬਹੁਤ ਫਰਕ ਹੈ। ਕੁੱਲ ਮਿਲਾ ਕੇ ਜਿਹੜਾ ਸ਼ਾਸਕ ਹੈ ਉਹ ਬਚ ਜਾਂਦਾ ਹਰੇਕ ਚੀਜ਼, ਉਹ ਜਿੰਨਾ ਮਰਜ਼ੀ ਫਸਾ ਲਓ ਅਖੀਰ ਉਹਨੇ ਨਿਕਲ ਜਾਣਾ। ਇਹੀ ਇੱਕ ਪ੍ਰੋਬਲਮ ਹੈ। ਔਰ ਦੂਜੀ ਜਿੱਥੇ ਤੱਕ ਲਾ ਦੀ ਗੱਲ ਹੈ, ਦਰਅਸਲ ਅਸੀਂ ਆਪਣੇ ਘਰ ਤੇ ਨਹੀਂ ਲਾਗੂ ਕਰਦੇ ਕਾਨੂੰਨ ਜਾਂ ਨਿਯਮ। ਕੀ ਹੈ ਕਿ ਇੱਕ ਨਿਯਮ ਚ ਆਪਾਂ ਜਾਬ ਤੇ ਚਲੇ ਜਾਓ। ਹੁਣ ਪਿੰਡਾਂ 'ਚ ਪਹਿਲਾਂ ਲੜਾਈਆਂ ਆਉਂਦੀਆਂ ਸੀ ਕਿ ਕੂੜਾ ਕੱਢ ਕੇ ਬਾਹਰ ਕੱਢ, ਸਾਡੇ ਤੇ ਇੰਨਾ ਜ਼ਾਬਤਾ ਨਹੀਂ ਵੀ ਅਸੀਂ ਚੱਕ ਕੇ ਉਹਨੂੰ ਕੂੜੇਦਾਨ 'ਚ ਪਾ ਦਈਏ। ਪੁਲਿਸ ਵਾਲਾ ਰੋਕਦਾ, ਪੁਲਿਸ ਵਾਲਾ ਕਾਗਜ਼ ਪੁੱਛਦਾ, ਬੰਦਾ ਐਮਐਲਏ ਨੂੰ ਫੋਨ ਲਾ ਦਿੰਦਾ, ਮਾਮਾ ਕਰੀ ਗੱਲ ਬਣ ਜੀ, ਉਹ ਫੋਨ ਉਹਦੇ ਕਾਨੂੰਨ ਲਾ ਦਿੰਦਾ। ਉਹਨੂੰ ਕਹਿੰਦੇ ਓਏ ਤੂੰ ਡਿਊਟੀ ਕਰਨੀ ਕਿ ਨਹੀਂ? ਉਹ ਕਹਿੰਦਾ ਨਹੀਂ, ਜਾਓ ਦੱਸੋ। ਕਾਨੂੰਨ ਤਾਂ ਅਸੀਂ ਆਪ ਹੀ ਭੰਨ ਰਹੇ ਹਾਂ। ਲਾਈਨ ਲੱਗੀ ਹੁੰਦੀ ਹੈ ਬਿਜਲੀ ਬੋਰਡ 'ਚ ਜਾਂ ਕਿਤੇ ਵੀ, ਹੁਣ ਤਾਂ ਸ਼ਾਇਦ ਘਟ ਗਿਆ। ਹੁਣ ਮੈਂ ਆਪਣੇ ਵੇਲੇ ਜਾਣਾ ਤੇ ਆਪ ਹੀ ਜਾ ਕੇ ਬੰਦਾ ਕਹਿੰਦਾ ਵੀ ਲੈ ਲਿਆ 20 ਰੁਪਏ ਮਾੜੇ ਭਰ ਦੀ ਬਿੱਲ ਮੇਰਾ, ਕਿਉਂਕਿ ਅਸੀਂ ਖੜ ਨਹੀਂ ਸਕਦੇ। ਤੇ ਕਾਨੂੰਨ ਤਾਂ ਅਸੀਂ ਆਪ ਹੀ ਭੰਗ ਕਰ ਰਹੇ ਹਾਂ। ਕਾਨੂੰਨ ਦਾ ਨਾ ਤੁਸੀਂ ਕੀ ਆਸ ਰੱਖ ਸਕਦੇ ਹੋ? ਇਹੀ ਕਾਰਨ ਹੈ ਜਿਹੜਾ ਹੁਣ ਫੋਰਨ ਕੰਟਰੀ ਦੇ ਵਿੱਚ ਹੁਣ ਦੇਖੋ ਅਸੀਂ ਆਪਣਾ ਖਿੱਤਾ ਛੱਡ ਕੇ ਜਿੱਥੇ ਸਾਡੇ ਜਿਹੜੀ ਵੀ ਨਸਲਾਂ ਹੀ ਸਾਡੀਆਂ ਉੱਥੇ ਜੰਮੀਆਂ, ਅੱਜ ਵੀ ਅਸੀਂ ਉਧਰ ਨੂੰ ਲੋਚਦੇ ਹਾਂ। ਉਹ ਧਰਤੀ ਨੂੰ ਛੱਡਣ ਦਾ ਬਸ ਆਹੀ ਇੱਕ ਕਾਰਨ ਆ ਕਿ ਉਰੇ ਜਿਹੜਾ ਉਰੇ ਤੋੜਾ ਹੈ। ਹੁਣ ਤਾਂ ਇਹ ਹਾਲ ਹੈ ਜੀ ਬੜੇ ਭਾਈ, ਹੁਣ ਤਾਂ ਇਹ ਹਾਲ ਹੈ ਵੀ ਜਿਹੜਾ ਬੱਚਾ 10ਵੀਂ 11ਵੀਂ 'ਚ ਹੋ ਜਾਂਦਾ ਉਹ ਕਹਿੰਦਾ ਮੈਂ ਰਹਿਣਾ ਨਹੀਂ। ਹੁਣ ਉੱਥੇ ਸਿਰਫ ਉਹ ਰਹਿ ਗਏ ਜਿਨ੍ਹਾਂ ਪਰਿਵਾਰਾਂ 'ਚ ਸਮਰੱਥਾ ਨਹੀਂ, ਜਿਨ੍ਹਾਂ 'ਚ ਸਮਰੱਥਾ ਉਹ ਆ ਗਏ। ਉਹ ਕਹਿੰਦੇ ਵੀ ਜਿੱਕਣ ਮਰਜ਼ੀ ਜਾਣਾ, ਚਾਹੋ ਦੁਬਈਓ ਕੱਢ ਦੋ, ਭਾਰਤ 'ਚ ਨਹੀਂ ਰਹਿਣਾ। ਕਿਉਂ ਨਹੀਂ ਰਹਿਣਾ? ਉਹਦੀ ਵਜ੍ਹਾ ਇਹੀ ਹੈ, ਕੋਈ ਕਾਨੂੰਨਾਂ ਦੀ ਚੀਜ਼ ਹੈ ਨਹੀਂ, ਨੌਕਰੀ ਦਾ ਹਿਸਾਬ ਕੋਈ ਨਹੀਂ, ਫੂਡ 'ਚ ਜ਼ਹਿਰ ਹੈ, ਪਾਣੀ ਮੁੱਕੀ ਜਾਂਦਾ ਹੈ, ਸ਼ਹਿਰਾਂ ਦੀ ਕੋਈ ਹੱਦਬੰਦੀ ਹੈ ਨਹੀਂ, ਦਰਖਤ ਕੋਈ ਲਾਉਂਦਾ ਹੀ ਨਹੀਂ, ਤਬਾਹ ਹੋਇਆ ਪਿਆ। ਹੁਣ ਬਾਈ ਸੋਨੂੰ ਮੈਨੂੰ ਪਤਾ ਉਰੇ ਜਦੋਂ ਕਿਸਾਨੀ ਦਾ ਇੰਡੀਆ ਚੱਲਿਆ ਸੀਗਾ, ਅਸੀਂ ਵੀ ਯਾਨੀ ਕੈਨੇਡਾ ਅਮਰੀਕਾ ਦੇ ਵਿੱਚ ਇੱਕ ਬੇਕਰਸਫੀਲਡ ਹੀ ਉਹ ਜਗ੍ਹਾ ਬਿਨਾਂ ਮੈਂ ਮਾਣਨਾ ਕਹਿਣਾ ਵਾ ਕਿ ਇਹੀ ਉਹ ਜਗ੍ਹਾ ਵਾ ਜਿੱਥੇ ਜਿੰਨਾ ਚਿਰ ਧਰਨਾ ਉੱਥੇ ਚੱਲਿਆ ਇੱਥੇ ਵੀ ਚੱਲਿਆ ਕੰਟੀਨਿਊਸ। ਨਹੀਂ ਦੇਖੋ ਵਿਦੇਸ਼ੀਆਂ ਦੀ ਤਾਂ ਬਹੁਤ ਸਪੋਰਟ ਆ ਪੰਜਾਬ ਤਾਂ ਹੀ ਮਤਲਬ ਜੇ ਹਜੇ ਪੈਰਾਂ ਤੇ ਮਾੜਾ ਮੋਟਾ ਤਾਂ ਤੁਹਾਡੇ ਕਰਕੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। NRI ਦਾ ਜਿਹੜਾ ਪੈਸਾ ਜਾਂਦਾ ਹੈ ਜਾਂ ਉੱਥੇ ਇਮਦਾਦ ਜਾਂਦੀ ਹੈ ਇਹਦਾ ਬਹੁਤ ਅਸਰ ਹੈ। ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਵੀ ਉਹਨੇ ਦੇਖੋ ਜੀ, ਉਹ ਸਾਨੂੰ ਆਜ਼ਾਦੀ ਸੀ, ਅਸੀਂ ਪਾਰਕ ਦੇ ਵਿੱਚ ਬੈਠਦੇ ਸੀਗੇ ਕਿ ਕੋਈ ਪੁਲਿਸ ਦਾ ਡਰ ਨਹੀਂ, ਕੋਈ ਕੱਖ ਨਹੀਂ ਗਾ। ਉੱਥੇ ਇਹਦੇ ਧੱਕਾ ਦੇਖੋ ਹੋਇਆ ਤੇ ਇੱਕ ਆਪਦੀ ਕੁਛ ਗੱਲਾਂ ਅੱਛੀਆਂ, ਕੁਛ ਗੱਲਾਂ ਠੀਕ ਵੀ ਰਹਿ ਗਈਆਂ। ਕਿਉਂਕਿ ਦੇਖੋ ਕੀ ਹੁੰਦਾ ਨਾ, ਜਦੋਂ ਅਸੀਂ ਆਪਸੀ ਹਿੱਤ ਛੱਡ ਕੇ ਬੈਠਦੇ ਆ ਨਾ, ਫਿਰ ਸਰਕਾਰ ਵੀ ਥੋੜੀ ਠੀਕ ਹੋ ਜਾਂਦੀ। ਉਹ ਥੋੜੀਆਂ ਪਰੇਸ਼ਾਨੀਆਂ ਆਈਆਂ, ਪਰ ਬਹੁਤਾ ਧਰਨੇ ਤਾਂ ਜਿਹੜੇ ਲੋਕਲ ਲੋਕ ਸੀ ਉਹਨਾਂ ਨੇ ਬਹੁਤ ਸਪੋਰਟ ਕੀਤੀ, ਬਹੁਤ। ਉਹਨਾਂ ਤੋਂ ਬਿਨਾਂ ਸੰਭਵ ਵੀ ਨਹੀਂ ਸੀ। ਮਾਨ ਸਾਹਿਬ ਤੁਸੀਂ ਬੇਕਰਸਫੀਲਡ ਆਏ ਹੋ, ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਜੀ। ਤੇ ਤੁਹਾਡਾ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ, ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ। ਤੇ ਮੇਰਾ ਕੁਐਸਚਨ ਤੁਹਾਨੂੰ ਇਹ ਹੈ, ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਸੰਗੀਤ ਜਗਤ ਦੇ ਵਿੱਚੋਂ ਨੇ ਤੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਈ ਅਣਿਆਈ ਮੌਤਾਂ ਹੋਈਆਂ ਨੇ, ਸ਼ੂਟ ਹੋਏ ਨੇ, ਜਿਵੇਂ ਕਿ ਸਿੱਧੂ ਮੂਸੇਵਾਲ ਦਾ। ਤੇ ਤੁਸੀਂ ਹੁਣ ਉਹਨਾਂ ਲਈ ਜਾ ਕੇ ਇੱਕ ਹੋਰ ਵੀ ਬਹੁਤ ਜ਼ਿਆਦਾ ਇਦਾਂ ਦੀਆਂ ਬਹੁਤ ਜ਼ਿਆਦਾ ਅਣਿਆਈ ਮੌਤਾਂ ਹੋਈਆਂ ਨੇ, ਤੁਸੀਂ ਕੋਈ ਭਗਵੰਤ ਮਾਨ ਸਾਹਿਬ ਨਾਲ ਇਦਾਂ ਦੀ ਕੋਈ ਗੱਲ ਜਾਂ ਉਹਨਾਂ ਨਾਲ ਮੀਟਿੰਗ ਸ਼ੇਅਰ ਕਰੋਗੇ ਜਿਹੜਾ ਉੱਥੇ ਇਹਨਾਂ ਤੇ ਕੋਈ ਸਕੰਜਾ ਕੱਸਿਆ ਜਾਵੇ? ਦੇਖੋ ਜੂਝ ਦਾ ਪੰਜਾਬ ਇੱਕ ਅਸੀਂ ਨਾ ਜਿਹੜੇ ਬੁੱਧੀਜੀਵੀ ਵਰਗ ਹੈ, ਚਿੰਤਕ ਵਰਗ ਜਿਹਨੂੰ ਕਹਿੰਦੇ ਸਮਾਜ, ਉਹ ਸਾਰੇ ਉੱਥੇ ਇਕੱਠੇ ਹੋਣ। ਉਹ ਦੇਰ ਸਵੇਰ ਅਸੀਂ ਇਹ ਸਾਰੇ ਸੁਨੇਹੇ ਪਹੁੰਚਾਉਂਦੇ ਵੀ ਰਹਿੰਦੇ ਹਾਂ, ਪਰ ਜੇ ਉਹਨਾਂ ਤੋਂ ਵਕਤ ਮਿਲਿਆ ਤਾਂ ਮੈਂ ਜ਼ਰੂਰ ਬੈਠੂੰਗਾ। ਠੀਕ।
ਤੁਹਾਡੇ ਜੇ ਇਧਰੋਂ ਕੋਈ ਡੈਲੀਗੇਟ ਜਦੋਂ ਅਸੀਂ ਪੰਜਾਬ ਜਾਣਾ ਜੇ ਕੋਈ ਹੋਇਆ ਤਾਂ ਤੁਸੀਂ ਵੀ ਆ ਜਾਓ, ਸਾਰੇ ਨਾਲ ਮਿਲ ਬੈਠਾਂਗੇ। ਠੀਕ ਹੈ ਜੀ, ਧੰਨਵਾਦ। ਕਿਉਂਕਿ ਅਮਨ ਕਾਨੂੰਨ ਬਹੁਤ ਜ਼ਰੂਰੀ ਹੈ, ਜੇ ਅਮਨ ਕਾਨੂੰਨ ਨਹੀਂ ਤਾਂ ਫਿਰ ਕੋਈ ਜਸਟਿਸ ਵੀ ਨਹੀਂ ਆਉਂਦਾ। ਬਿਲਕੁਲ ਜੀ, ਹੈ ਨਾ, ਲੋਕ ਫਿਰ ਉੱਥੋਂ ਨਿਕਲ ਜਾਂਦੇ ਹੁੰਦੇ ਪਰ ਪੰਜਾਬ ਨੂੰ ਬਹੁਤ ਸਾਲਾਂ ਤੋਂ ਨਜ਼ਰ ਲੱਗੇ ਲੀ ਤੇ ਆ ਹੀ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਪ੍ਰੀਚਰ ਵਰਗ ਦਾ ਇੱਥੇ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਕਿ ਨੌਜਵਾਨਾਂ ਨੂੰ ਜੋੜ ਕੇ ਨਾਲ ਅੱਗੇ ਲਾ ਕੇ ਤੋਰਿਆ ਜਾਵੇ, ਧਰਮ ਦੇ ਰਾਹ ਤੇ ਤੋਰੀਏ, ਗੁਰੂ ਸਾਹਿਬ ਦਾ ਫਲਸਫਾ ਸਮਝਾਈਏ। ਸ਼ਾਇਦ ਬਹੁਤ ਲੋਕ ਮੁੜੇ ਆਉਣ, ਬਹੁਤ ਨੌਜਵਾਨ ਜਿਹੜੇ ਆਪਸੀ ਰੰਜਿਸ਼ਾਂ ਚੋਂ ਨਿਕਲ ਕੇ ਬਾਹਰ ਆਉਣਾ ਚਾਹੁੰਦੇ ਆ, ਨਿੱਜੀ ਜ਼ਿੰਦਗੀ 'ਚ ਸਮਾਜ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਸਿਕਿਉਰ ਕਰਨ ਦਾ ਇੰਤਜ਼ਾਮ ਕਰਨ ਤਾਂ ਇਹ ਚੀਜ਼ਾਂ ਪੋਸੀਬਲ ਹੈ। ਔਰ ਜੇਲ੍ਹਾਂ 'ਚ ਸਪੈਸ਼ਲ ਤੌਰ ਤੇ ਪ੍ਰੀਚਿੰਗ ਹੋਣੀ ਚਾਹੀਦੀ। ਇਹ ਚੀਜ਼ ਹੈ ਜਿਹੜੀ ਜਿਵੇਂ ਤੁਹਾਡੇ ਤੁਸੀਂ ਆਪਣੇ ਵਿਚਾਰ ਰੱਖ ਰਹੇ ਹੋ, ਜਿਹੜੀ ਤੁਹਾਨੂੰ ਲੋਕ ਸੁਣਨ ਦਾ ਜਿਹੜਾ ਕਾਰਨ ਆ ਨਾ ਉਹ ਇਹ ਆ ਕਿ ਤੁਸੀਂ ਇੱਕ ਲਰਨਡ ਸਿੰਗਰ ਜੀ, ਤੁਸੀਂ ਪੜ੍ਹਦੇ ਹੋ, ਤੁਹਾਨੂੰ ਉਹ ਬਹੁਤ ਵਧੀਆ ਚੀਜ਼ਾਂ ਨੇ, ਦੂਜੇ ਸਿੰਗਰਾਂ ਨੂੰ ਵੀ ਤੁਹਾਨੂੰ ਸਿਖਾਉਂਦੇ ਨੇ। ਮੈਨੂੰ ਲੱਗਦਾ ਕਿ ਜੇ ਆਪਾਂ ਘਰ 'ਚ ਵੀ ਜੇ ਕੋਈ ਆਪਣੇ ਘਰ ਮੰਨ ਲਓ ਕੋਈ ਬੰਦਾ ਕੋਈ ਬੱਚਾ ਸ਼ਰਾਬ ਪੀਣ ਲੱਗ ਜਾਵੇ, ਤੁਸੀਂ ਉਹਨਾਂ ਨੂੰ ਲੜ ਕੇ ਤਾਂ ਹਟਾ ਨਹੀਂ ਸਕਦੇ, ਤੁਸੀਂ ਉਹਨੂੰ ਸਮਝਾ ਕੇ ਲਿਆ ਸਕਦੇ ਹੋ। ਤਾਂ ਮੈਨੂੰ ਲੱਗਦਾ ਕਿ ਅਜੇ ਬਹੁਤ ਕੰਮ ਹੈ ਔਰ ਬੁੱਧੀਜੀਵੀ ਵਰਗ ਨੂੰ ਵੀ ਸਰਕਾਰ ਨੂੰ ਨਾ ਥੋੜਾ ਬਹੁਤ ਨਾਲ ਜੋੜਨਾ ਚਾਹੀਦਾ, ਕਿਉਂਕਿ ਜਿਹੜੇ ਅੱਛੇ ਇਕਨੋਮਿਸਟ ਹੈ ਜਾਂ ਅੱਛੇ ਬੁੱਧੀਜੀਵ ਹੈ ਉਹ ਚੰਗੇ ਫਲਸਫੇ ਤੁਹਾਨੂੰ ਦੱਸਣਗੇ। ਤੁਸੀਂ ਉਹਦੇ ਤੇ ਜੇ ਅਮਲ ਕਰੋਗੇ ਤਾਂ ਪੰਜਾਬ ਨੂੰ ਲੀਹ ਤੇ ਲਿਆਇਆ ਜਾ ਸਕਦਾ, ਕੋਈ ਐਡੀ ਗੱਲ ਨਹੀਂ। ਜੇ ਸ਼ਾਸਕ ਚਾਹਣ ਅਕਲਮੰਦ ਲੋਕਾਂ ਨੂੰ ਜੋੜ ਲੈਣ ਤਾਂ ਪੰਜਾਬ ਦੇਖੋ 12,000 ਕੁਛ ਪਿੰਡ ਆਪਣੇ, ਠੀਕ ਹੈ, ਤਾਂ ਸਮਝ ਲਓ ਵੀ 12,000 ਬੰਦਾ ਚਾਹੀਦਾ ਤੇ ਪੂਰੀ ਮੈਨੂੰ ਲੱਗਦਾ 12,000 ਹੋਰ ਤਾਂ ਛੱਡੋ, ਕੈਨੇਡਾ ਅਮਰੀਕਾ ਨੂੰ 12,000 ਬੰਦਾ ਇੱਕ ਪਿੰਡ ਅਡਾਪਟ ਕਰ ਲੂਗਾ। ਇੱਕ ਬੰਦਾ ਹੀ ਕਰ ਸਕਦਾ। ਤੁਹਾਡੇ ਲੋਕਾਂ ਕੋਲ ਬਥੇਰੇ ਬਹੁਤ ਵੱਡੇ ਟਰਾਂਸਪੋਰਟ ਕਾਊਂਟਰ ਬੈਠੇ ਤੇ ਤੁਸੀਂ ਮਤਲਬ ਹਰ ਪਿੰਡ 'ਚ ਸੀਵਰੇਜ ਪਵਾ ਸਕਦੇ ਹੋ, ਤੁਹਾਡੇ ਲਈ ਕੰਪੇਅਰ ਦਾ ਕੰਮ ਹੈ। ਪਰ ਇਹ ਕੰਮ ਕਰੇ ਕੌਣ? ਇਹ ਹੁਣ ਸਰਕਾਰ ਜਦੋਂ ਪਾਵਰ 'ਚ ਆਉਂਦੀ ਉਹਨਾਂ ਨੂੰ ਸਮਝਾਵੇ ਕੌਣ ਇਹ ਗੱਲਾਂ। ਇਹਦਾ ਤਾਂ ਮੈਨੂੰ ਇੱਕੋ ਤਰੀਕਾ ਲੱਗਦਾ ਕਿ ਅਸੀਂ ਸਾਰੇ ਰਲ ਕੇ ਕੋਈ ਸਮਾਜਿਕ ਵਿੰਗ ਏਦਾਂ ਦਾ ਬਣਾਈਏ ਵੀ ਜਿਹਦੇ 'ਚ ਪਿੰਡ ਜਾ ਕੇ ਲੋਕਾਂ ਨੂੰ ਜੋੜੀਏ, ਹਰ ਪਿੰਡ 'ਚ ਇੱਕ ਬੰਦਾ ਤਾਂ ਜੁੜਿਆ ਹੋਵੇ, ਫਿਰ ਉਸ ਪਿੰਡ ਨਾਲ ਬਾਹਰ ਵਾਲਿਆਂ ਨੂੰ ਜੋੜਿਆ ਜਾਵੇ। ਇਹ ਸਿਆਸਤ ਤੋਂ ਪਰੇ ਹੋ ਕੇ ਵੀ ਇਹ ਕੰਮ ਹੋ ਸਕਦਾ। ਪਿੰਡਾਂ ਦਾ ਪੱਧਰ ਉੱਚਾ ਹੋ ਜਾਏ, ਪਿੰਡ 'ਚ ਇੱਕ ਲਾਇਬ੍ਰੇਰੀ ਵੀ ਹੋ ਜਾਵੇ, ਜੇ ਇੱਕ ਬੱਚੇ ਨੂੰ ਪੜ੍ਹਨ ਦਾ ਸ਼ੌਕ ਪੈ ਗਿਆ ਸਮਝ ਲਓ ਪਿੰਡ ਬਦਲ ਗਿਆ। ਦੇਖੋ ਕੇਰਲਾ ਵਾਲਿਆਂ ਨੇ ਕੀ ਸਿੱਖਿਆ, ਕੇਰਲਾ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਪੜ੍ਹਨਾ ਸ਼ੁਰੂ ਕਰਤਾ, ਬੰਗਾਲੀਆਂ ਨੇ ਪੜ੍ਹਨਾ ਸ਼ੁਰੂ ਕਰਤਾ। ਉਹਨਾਂ ਬੌਧਿਕ ਪੱਖੋਂ ਦੇਖੋ ਕਿੰਨੇ ਤੇਜ਼ ਹੈ, ਉਹ ਵੀ ਦਿੱਲੀ ਤੋਂ ਉਲਟੀ ਚੱਲ ਰਹੇ, ਥਾਟ ਉਹਨਾਂ ਦਾ ਵੀ ਨਹੀਂ ਰਲਦਾ ਕਦੇ। ਔਰ ਉਹਨਾਂ ਦੇ ਸਿਸਟਮ ਇੰਨੇ ਵਧੀਆ ਬਣਾਤੇ ਉਹਨਾਂ ਪ੍ਰਦੇਸ਼ਾਂ 'ਚ ਵੀ, ਮੰਨ ਲਓ MLA ਜੇ ਇੱਕ ਵਾਰੀ ਜਿੱਤ ਗਿਆ ਤਾਂ ਅਗਲੀ ਵਾਰੀ ਜ਼ਰੂਰੀ ਨਹੀਂ ਕਿ ਟਿਕਟ ਮਿਲੇਗੀ, ਉਹ ਕਹਿੰਦੇ ਤੇਰੀ ਕਾਰਗੁਜ਼ਾਰੀ ਐਕਸ਼ਨ ਨਹੀਂ ਚੱਲਦਾ। ਪਰ ਸਾਡੇ ਤਾਂ ਹੁਣ ਜੱਦੇ ਅਸੀਂ ਛੋਟੇ ਜੱਦੇ ਹੀ ਦੇਖਦੇ ਹਾਂ, ਉਹੀ ਚਿਹਰੇ ਚੱਲੇ ਕਰਦੇ ਆ। ਮਤਲਬ 70 ਸਾਲ ਨਾਲ 50 ਸਾਲ ਤੋਂ ਤਾਲੋ ਕੁੱਟੀ ਜਾਂਦੇ, ਨਾਲੇ ਫੇਰ ਮੂਹਰੇ ਆ ਕੇ ਲੈਕਚਰ ਜੇ ਵੀ ਦੇ ਜਾਂਦੇ ਆ ਤੇ ਬੱਲੇ ਫੇਰ ਵੋਟਾਂ 'ਚ ਫੇਰ ਵੋਟਾਂ ਲੈ ਜਾਂਦੇ। ਮਤਲਬ ਸਮਝ ਨਹੀਂ ਆਈ ਕੁਛ। ਅਸੀਂ ਗਲਤ ਹੈ ਉਹ ਗਲਤ ਨੇ ਕਿ ਪ੍ਰੀਚਰ ਜਿਹੜੇ ਨੇ ਵੀ ਪ੍ਰੀਚਰਾਂ ਦੇ ਨਾਲ ਜਿਹੜੇ ਸਾਡੇ ਮਿਊਜ਼ਿਕ ਇੰਡਸਟਰੀ ਵਾਲੇ ਨੇ, ਇਹਨਾਂ ਦਾ ਵੀ ਮੈਂ ਕਹਿੰਦਾ ਵਾਂ ਕਿ ਬਹੁਤ ਜ਼ਿਆਦਾ ਇਹਨਾਂ ਦਾ ਵੀ ਇਨਫਲੂਐਂਸ ਬਰਾਬਰ ਹੀ ਰਹਿੰਦਾ ਵਾ। ਦੇਖੋ ਮਿਊਜ਼ਿਕ ਤਾਂ ਸਪੋਰਟ ਕਰ ਸਕਦਾ, ਮਿਊਜ਼ਿਕ 'ਚ 3 ਜਨਰੇਸ਼ਨ ਆਉਂਦੀਆਂ, ਬਾਬਾ, ਬਾਪੂ ਤੇ ਬੱਚਾ। ਜਾਂ ਤਾਂ ਸੰਸਥਾਵਾਂ ਇਹ ਜਾਂ ਬਣ, ਮੰਨ ਲਓ ਹੁਣ ਤੁਹਾਡੇ ਅਮਰੀਕਾ 'ਚ ਕੈਸੀ ਸੰਸਥਾ ਬਣੀ ਜਿਹੜੀ ਇਹ ਸਾਰੇ ਨੌਜਵਾਨ ਕਲਾਕਾਰ ਜਾਂ ਜਿਹੜੇ ਵੀ ਕਲਾਕਾਰ ਉਹਨਾਂ ਨੂੰ ਚੰਗੇ ਲੱਗਦਾ ਉਹਨਾਂ ਨੂੰ ਇਹ ਅਪੀਲ ਕਰਨ ਵੀ ਸਾਨੂੰ ਭਵਿੱਖ 'ਚ ਏਦਾਂ ਦੇ ਵੀ 4 ਗਾਣੇ ਚਾਹੀਦੇ, ਜਿਹੜੇ ਆਰਟਿਸਟ ਏਦਾਂ ਦੇ ਅੱਛੇ ਗਾਣੇ ਗਾਉਣਗੇ, ਅਸੀਂ ਭਾਈ ਤੁਹਾਡਾ ਸ਼ੋਅ ਕਰਾਵਾਂਗੇ। ਸ਼ਾਇਦ ਇਸੇ ਚੱਕਰ 'ਚ ਬਹੁਤ ਬੰਦੇ ਵੀ ਗਾ ਜਾਣ ਵੀ ਚਲੋ ਅਸੀਂ ਪ੍ਰਦੇਸ਼ ਜਾਵਾਂਗੇ, ਉਹ ਸਭ ਦਾ ਖਾਬ ਹੀ ਹੁੰਦਾ। ਸੋ ਜਦ ਤੱਕ ਇਹ 3 ਜਨਰੇਸ਼ਨਾਂ ਨੂੰ ਸਾਹਮਣੇ ਰੱਖ ਕੇ ਨਹੀਂ ਗਾਣੇ ਬਣਦੇ ਤਾਂ ਕਈ ਵਾਰੀ ਇੱਕ ਵਰਗ ਨੂੰ ਪਸੰਦ ਹੁੰਦਾ, ਦੂਜੇ ਨਹੀਂ ਹੁੰਦਾ। ਹੁਣ ਜਿਹੜਾ ਬਾਬੇ ਦਾ ਥਾਟ ਆ ਪੋਤੇ ਦਾ ਹੈ, ਪਿਓ ਦਾ ਡਿਫਰੈਂਟ ਥਾਟ ਹੈ, ਕਿਉਂਕਿ ਤੁਹਾਡੇ 'ਚੋਂ ਬਹੁਤੇ ਮੈਨੂੰ ਲੱਗਦਾ ਆਏ ਆ 90 ਤੋਂ ਬਾਅਦ ਵਾਲੇ ਜਿਹੜੇ ਆਏ ਆ ਇੱਥੇ, ਕੁਛ ਹਾਲਾਤਾਂ ਦੇ ਮਾਰੇ ਆਏ ਆ, ਕੁਛ ਉਹਨਾਂ ਸਾਲਾਂ 'ਚ ਡੌਂਕੀ ਵੀ ਲੱਗ ਜਾਂਦੀ ਸੀ, ਪੁਲਿਸ ਦਾ ਤਸ਼ੱਦਦ ਇੰਨਾ ਸੀ, ਹਰ ਬੰਦਾ ਉਦੋਂ ਹੀ ਬਾਹਰ ਨੂੰ ਭੱਜਦਾ ਸੀ। ਸੋ ਤੁਹਾਡਾ ਵਿਜ਼ਨ ਹੋਰ ਹੈ, ਜਿਹੜਾ ਬੱਚਾ ਹੁਣ 2012-16 'ਚ ਜੰਮਿਆ ਉਹ ਹੋਰ ਤਰ੍ਹਾਂ ਸੋਚੂਗਾ। ਸੋ ਇਹ ਜਿਵੇਂ ਕਹਿੰਦੇ ਨਾ ਕਿ ਸਿਵਲ ਸੁਸਾਇਟੀ ਬਣਨੀ ਚਾਹੀਦੀ ਹੈ ਹਰ ਸ਼ਹਿਰ 'ਚ, ਜਿੱਥੇ ਵਿਚਾਰਿਆ ਜਾਵੇ ਕਿ ਸਾਡਾ ਉਹ ਮੈਂ ਚੀਨੀਆਂ ਦੇ ਸਟੋਰ ਦੇਖਦਾ, ਉਹ ਚਾਈਨੀਜ਼ ਉੱਪਰ ਲਿਖੀ ਹੁੰਦੀ ਉਹਨਾਂ ਨੇ ਕੈਨੇਡਾ ਅਮਰੀਕਾ, ਸਾਡੇ ਵਾਲੇ ਢਾਬੇ ਤੇ ਨਹੀਂ ਕਈ ਵਾਰੀ ਹੁੰਦੀ। ਸੋ ਇਸ ਕਰਕੇ ਕਈ ਚੀਜ਼ਾਂ ਦਾ ਸੁਮੇਲ ਹੈ, ਇਹ ਇਕੱਲਾ ਬੰਦਾ ਇਕੱਲਾ ਗਾਇਕ ਨਹੀਂ ਕੁਝ ਕਰ ਸਕਦਾ, ਉਹਨਾਂ ਨਾਲ ਸਾਰਾ ਕੁਝ ਕਰ ਸਕਦਾ। ਮਾਨ ਸਾਹਿਬ ਇਹ ਬੱਬੂ ਮਾਨ ਨੂੰ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ? NRI ਦੇ ਕਾਬਲੇ ਨੇ
ਵੀ ਪੰਜਾਬ 'ਚ ਕੁਝ ਹੋਣਾ ਚਾਹੀਦਾ। ਤੁਹਾਨੂੰ ਨਵੀਂ ਸਰਕਾਰ ਜਿਹੜੀ ਬਣੀ ਹੈ ਉਹਦੇ ਤੋਂ ਜਾਂ ਸਿਸਟਮ ਤੋਂ ਭਵਿੱਖ ਦੇ ਵਿੱਚ ਕੋਈ ਤੁਹਾਨੂੰ ਕਿਰਨ ਨਜ਼ਰ ਆ ਰਹੀ ਹੈ? ਦੇਖੋ ਮੇਰੀ ਤਾਂ ਵੱਧ ਕੇ ਸੁਣਿਆ, ਮੈਂ ਤਾਂ ਆਪੋਜੀਸ਼ਨ ਵਾਲਾ ਬੰਦਾ। ਜਦੋਂ ਮੈਂ ਨਵਾਂ ਗਾਉਣ ਲੱਗਿਆ ਉਦੋਂ ਅਸੀਂ ਹਵਾਈ ਬਣਾਈ ਸੀ ਜੀ, ਉਦੋਂ ਦੂਜੀ ਸਰਕਾਰ ਸੀ, ਉਦੋਂ ਸ਼ਾਇਦ ਅਕਾਲੀ ਸਰਕਾਰ ਆਪੋਜੀਸ਼ਨ ਸੀ ਜੀ। ਖੈਰ ਉਹਨਾਂ ਵਕਤਾਂ 'ਚ ਦਿੱਲੀ ਕਮੇਟੀ ਵਾਲਿਆਂ ਨੇ ਸਾਡੀ ਫਿਲਮ ਦੀ ਬਹੁਤ ਉਦੋਂ ਸਾਰਿਆਂ ਨੇ ਰਲ ਕੇ ਸਪੋਰਟ ਵੀ ਕਰੀ, ਔਰ ਸਾਨੂੰ ਕਈ ਜਗ੍ਹਾ ਦਿੱਲੀ ਵੀ ਰੁਕਦੀ ਸੀ ਫਿਲਮ, ਉਹਨਾਂ ਦੀ ਬਦੌਲਤ ਵੀ ਲੱਗੀ। ਫਿਰ ਦੂਜੀ ਸਰਕਾਰ ਵੀ ਮੇਰੇ ਬਹੁਤ ਜਮਾਤੀ ਸੀ, ਫਿਰ ਮੈਂ ਫਿਰ ਆਪੋਜੀਸ਼ਨ ਸੀ। ਹੁਣ ਵੀ ਫਿਰ ਆਪ ਪਤਾ ਨਹੀਂ ਸਾਡੀ ਕਿ ਅਸੀਂ ਪਿੰਡਾਂ ਵਾਲਿਆਂ ਨੂੰ ਉੱਠੇ ਚੱਲਦੇ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਮੇਰੀ ਸੋਚਣ ਦਾ ਨਜ਼ਰੀਆ ਉਹ ਥੋੜਾ ਜਿਹਾ ਡਿਫਰੈਂਟ ਹੈ। ਮੈਂ ਸੋਚਦਾ ਮਾਸ ਬਾਰੇ, ਕਿਸਾਨਾਂ ਬਾਰੇ, ਮਜ਼ਦੂਰਾਂ ਬਾਰੇ। ਤੇ ਮੈਂ ਹੁਣ ਥੋੜੇ ਦਿਨ ਪਹਿਲੇ ਇੱਥੇ ਯੂਨੀਅਨ ਵਾਲੇ ਕੁਝ ਸੱਜਣਾਂ ਨੂੰ ਮੈਂ ਸੁਨੇਹਾ ਭੇਜਿਆ ਵੀ ਤੁਸੀਂ ਆਪਾਂ ਫਸਲਾਂ ਲਈ ਲੜ ਕੇ ਆਏ ਆ ਸਾਰੇ, ਹਾਲਾਂਕਿ ਮਜ਼ਦੂਰ ਭਾਈਚਾਰਾ ਜਿੰਨਾ ਕਿ ਜਾ ਸਕੇ ਉਹ ਗਏ ਆ, ਜਿਨ੍ਹਾਂ 'ਚ ਹੈਸੀਅਤ ਹੈ ਨਾ, ਹੁਣ ਸਾਰੇ ਜਾ ਵੀ ਨਹੀਂ ਸਕਦੇ। ਉਹਨਾਂ ਦੇ ਡੇਲੀ ਉਹਨਾਂ ਦੀ ਵੇਜਿਸ ਤੇ ਜਿਹੜਾ ਉਹਨਾਂ ਦਾ ਕੰਮ ਹੈ, ਇਹ ਵੀ ਹੁਣ ਮਜ਼ਦੂਰਾਂ ਦੀ ਦਿਹਾੜੀ ਲਈ ਵੀ ਗੱਲ ਕਰੋ, ਉਹਨਾਂ ਦੀ ਦਿਹਾੜੀ ਵੀ ਤੈਅ ਹੋਵੇ, ਉਹਨਾਂ ਨੂੰ ਪੱਤੇ ਮਿਲਣ, ਸਰਕਾਰ ਵੀ ਆਪਣੇ ਵੱਲੋਂ ਉਹਨਾਂ ਨੂੰ ਸਪੋਰਟ ਕਰੇ, ਕਿਉਂਕਿ ਜਦ ਤੱਕ ਇਹ ਦੋ ਵਰਗ ਇਕੱਠੇ ਹੋ ਕੇ ਨਹੀਂ ਨਾ ਤੁਰਦੇ, ਉਦੋਂ ਤੱਕ ਫਿਰ ਬਹੁਤ ਪਾੜਾ ਹੈ ਸਮਾਜ 'ਚ। ਕੀ ਦੋ ਵਰਗ ਇਕੱਠੇ ਹੋਣ ਦੀ ਕੋਈ ਚਾਂਸ ਹੈਗੇ ਆ ਭਗਵੰਤ ਮਾਨ ਦੀ ਸਰਕਾਰ ਤੋਂ, ਜਾਂ ਇਹ ਵੀ ਇੱਕ ਟਿਪੀਕਲ ਰਾਸ਼ਟਰੀ ਪਾਰਟੀ ਹੈ? ਸਰਕਾਰੀ ਬਾਰੇ ਹੁਣ ਮੈਂ ਕੀ ਕਹਿ ਸਕਦਾ, ਉਹ ਹਾਊ ਟੂ ਥਿੰਕ ਉਹਨਾਂ ਦਾ ਅਸਲ 'ਚ ਪਾਰਟੀ ਦੀ ਵਿਚਾਰਧਾਰਾ ਕਿਸ ਤਰ੍ਹਾਂ ਚੱਲੂਗੀ ਅੱਗੇ, ਅਜੇ ਤਾਂ ਨਵੀਂ ਹੈ। ਇਹ ਤਾਂ ਮੈਂ ਵੀ ਪਰਸਨਲੀ ਸਾਰਿਆਂ ਨੂੰ ਇਹੀ ਸੁਝਾਅ ਦਿੰਦਾ ਹੁੰਦਾ ਸੀ, ਤੇ ਹੁਣ ਵੀ ਮੈਂ ਦਿੰਦਾ ਵੀ ਥੋੜਾ ਜਿਹਾ ਵਕਤ ਦੇਖ ਲਓ, 6 ਮਹੀਨੇ ਤਾਂ ਆਪਾਂ ਨੂੰ ਵੇਖਣਾ ਹੀ ਪਊਗਾ ਨਾ। ਜਦੋਂ ਨਵਾਂ ਕੋਈ ਸ਼ਾਸਕ ਆਉਂਦਾ ਉਹਨੂੰ ਕੁਝ ਵਕਤ ਦੇਣਾ ਚਾਹੀਦਾ, ਆਪਾਂ ਨੂੰ ਵੀ ਕਾਹਲੀ ਨਹੀਂ ਕਰਨੀ। ਵੈਸੇ ਤਾਂ ਅਸੀਂ 90 ਦਿਨ ਬਾਅਦ ਗਾਲ ਕੱਢ ਦਿੰਦੇ ਹਾਂ ਵੀ ਬਸ ਇਹਦਾ ਐਵੇਂ ਹੈ। ਸਾਨੂੰ 6 ਮਹੀਨੇ ਵਾਚ ਕਰੀਏ, ਰੈਵਨਿਊ ਕਿਸ ਤਰ੍ਹਾਂ ਜਨਰੇਟ ਕਰਦੇ ਆ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਪਰਸਨੈਲਿਟੀ ਤੇ ਭਗਵੰਤ ਮਾਨ ਦੀ ਪਰਸਨੈਲਿਟੀ ਇੱਕੋ ਜਿਹੀ ਹੈ? ਉਹਨੇ ਵੀ ਆਪਣੇ ਕਮੇਟੀ ਸ਼ੋਆਂ 'ਚ ਸਰਕਾਰ ਦੀ ਬੇਇਨਸਾਫੀ ਦੇ ਖਿਲਾਫ ਹੀ ਲੜਿਆ। ਤੁਸੀਂ ਹੁਣੇ ਕਹਿ ਕੇ ਹਟੇ ਹੋ ਵੀ ਤੁਹਾਡਾ ਵੀ ਆਪੋਜੀਸ਼ਨ 'ਚ ਰਹਿਣ ਨੂੰ ਦਿਲ ਕਰਦਾ ਹੈ। ਤੁਹਾਡਾ ਭਾਵ ਇਹ ਹੈ ਵੀ ਤੁਸੀਂ ਅਤਿਆਚਾਰ ਬੇਇਨਸਾਫੀ ਦੇ ਖਿਲਾਫ ਲੜਦੇ ਹੋ, ਚਾਹੇ ਉਹ ਕੋਈ ਵੀ ਕਰੇ। ਦੇਖੋ ਗੁਰੂ ਸਾਹਿਬ ਦਾ ਫਲਸਫਾ ਤਾਂ ਇਹੀ ਹੈ ਵੀ ਆਪ ਦਾ ਟੁੱਕ ਖਾਣ ਤੋਂ ਪਹਿਲਾਂ ਸਾਹਮਣੇ ਵਾਲਾ ਦੇਖੋ ਵੀ ਉਹਦੇ ਢਿੱਡ 'ਚ ਜਾਂਦਾ। ਤੇ ਜੇ ਤੁਹਾਡੇ 'ਚ ਦੇਖੋ ਸਿਆਸਤ ਦੇ ਦੋ ਤਰੀਕੇ ਆ, ਸਟੇਟਾਂ ਕੋਲ ਅਧਿਕਾਰ ਹੈ ਨਹੀਂ, ਮੇਰਾ ਤਰਕ ਹੈ ਇਹ, ਬਾਕੀ ਤੁਹਾਡਾ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ। ਸਟੇਟਾਂ ਕੋਲ ਹੈ ਹੀ ਨਹੀਂ ਕੁਝ ਵੀ ਜਿਹੜਾ ਉਹ ਆਪਣੇ ਪੱਧਰ ਤੇ ਕਿੰਨੇ ਕੁ ਡਿਸੀਜਨ ਲੈ ਲੈਣਗੇ। ਜੇ ਫੂਡ ਖਰੀਦਣਾ ਤਾਂ ਸੈਂਟਰ ਦੀ ਨੀਤੀ ਹੈ, ਜੇ ਟੈਕਸ ਚੱਕਣਾ ਤਾਂ ਸੈਂਟਰ ਲੈ ਜਾਂਦਾ। ਪਹਿਲਾਂ ਉਹ ਲੈ ਕੇ ਜਾਣਗੇ, ਫਿਰ ਤੁਹਾਨੂੰ ਵਾਪਸ ਦੇਣਗੇ, ਉਹਨਾਂ ਦੀ ਮਰਜ਼ੀ ਹੈ ਦੇਣਾ ਕਿ ਨਹੀਂ। ਜਾਂ ਸ਼ਾਸਕ ਮਮਤਾ ਬੈਨਰਜੀ ਵਰਗਾ ਚਾਹੀਦਾ ਜਿਹੜਾ ਅੜ ਜੇ ਜਮੇ, ਉਹ ਇਹ ਸ਼ਾਸਕ ਤੇ ਡਿਪੈਂਡ ਕਰਦਾ। ਤੁਸੀਂ ਜਿਹੜੀ ਸਰਕਾਰ ਜਾਂ ਅਸੀਂ ਚੁਣਦੇ ਆ ਜਾਂ ਸਾਡੇ ਲੋਕ ਹੁੰਦੇ ਆ, ਉਹ ਜਿਹੜੇ ਸਾਡੇ ਚੁਣਨ ਵਾਲੇ ਆ ਉਹ ਕਿਸ ਤਰ੍ਹਾਂ ਦੀ ਜ਼ਰੂਰਤ ਰੱਖਦੇ ਆ। ਫਿਲਹਾਲ ਤਾਂ ਕਰਪਸ਼ਨ 'ਚ ਉਹਨਾਂ ਨੇ ਅਜੇ ਅੱਛਾ ਕੰਮ ਕਰ ਰਿਹਾ, ਪਰ ਅਜੇ ਵੀ ਬਹੁਤ ਬੜੀਆਂ ਮੱਛੀਆਂ ਜਿਹੜੀਆਂ ਸਿੱਟਣ ਵਾਲੀਆਂ, ਅਜੇ ਤਾਂ ਛੋਟੀਆਂ ਪੜ ਰਹੀਆਂ, ਵੱਡੀਆਂ ਆ ਜਾਣਗੀਆਂ ਤਾਂ ਅੱਛਾ, 2-4 ਜਦੋਂ ਵੱਡੇ ਥੰਮ ਫੜੇ ਜਾਣਗੇ ਤਾਂ ਸ਼ਾਇਦ ਫਰਕ ਪੈ ਜੇ। ਪਰ ਇਹ ਨਾ ਹੋ ਜਾਵੇ ਕਿਤੇ ਇਹ ਸਾਰੀਆਂ ਚੀਜ਼ਾਂ ਕਾਗਜ਼ੀ ਰਹਿ ਜਾਣ, ਸਿਰਫ ਇਸ਼ਤਿਹਾਰੀ ਰਹਿ ਜਾਣ, ਗਰਾਊਂਡ ਪੱਧਰ ਤੇ ਕੰਮ ਹੋਊਗਾ ਤਾਂ ਆ ਜਾ ਕੇ ਕੁਝ ਕਰੂਗਾ। ਮਾਨ ਸਾਹਿਬ, ਤੁਹਾਨੂੰ ਲੱਗਦਾ ਵੀ ਲੋਕ ਭਗਵੰਤ ਮਾਨ ਨੂੰ ਪਿੱਛੇ ਮੁੜਨ ਦੇ ਦੇਣਗੇ? You don't have choice, only one way to act. ਦੇਖੋ ਜਦੋਂ ਕੋਈ ਸਰਕਾਰ ਬਣਦੀ ਉਹਦੀ ਤਮੰਨਾ ਹੁੰਦੀ ਹੈ ਮੈਂ 5 ਸਾਲ ਬਾਅਦ ਫਿਰ ਅੱਗੇ ਰਾਜ ਕਰਾਂ। ਇਹ ਤਮੰਨਾ ਲੈ ਕੇ ਹਰ ਪਾਰਟੀ ਆਉਂਦੀ ਹੈ, ਪਹਿਲਾਂ ਅਕਾਲੀ ਆਏ ਸੀ, ਫਿਰ ਕਾਂਗਰਸ ਆਏ ਸੀ, ਪਰ ਉਹ ਅਗਲੇ 5 ਸਾਲ ਤਾਂ ਹੀ ਨਿਰਭਰ ਇਸੇ ਚੀਜ਼ ਤੇ ਕਰਦੇ ਆ ਜੇ ਆਹ 5 ਸਾਲਾਂ ਦੀ ਕਾਰਗੁਜ਼ਾਰੀ ਅੱਛੀ ਹੋਊਗੀ। ਇਹ ਹੁਣ ਉਹਨਾਂ ਨੇ ਦੇਖਣਾ ਉਹਨਾਂ ਕੋਲ ਪਾਵਰਾਂ ਕੀ ਹੈ। ਦੇਖੋ ਮੈਨੂੰ ਐ ਲੱਗਦਾ ਜਿਹੜਾ ਜੂਝਦਾ ਪੰਜਾਬ 'ਚ ਸਾਡੇ ਬੁੱਧੀਜੀਵੀ ਵਰਗ ਅਸੀਂ ਜਦੋਂ ਵਿਚਾਰ ਕਰਦੇ ਹਾਂ ਤਾਂ ਉਹਦੇ 'ਚ 2-3 ਤਰ੍ਹਾਂ ਨਾਲ ਲੜਨਾ। ਸਟੇਟ ਨਾਲ ਤੁਹਾਡਾ ਕੁਝ ਚੀਜ਼ਾਂ ਤੁਹਾਨੂੰ ਪਿਆਰ ਨਾਲ ਵਿਚਾਰ ਕੇ ਲੈਣੀਆਂ ਪੈਣਗੀਆਂ, ਕੁਝ ਚੀਜ਼ਾਂ ਕਾਨੂੰਨ ਦੇ ਰਸਤੇ ਵੀ ਲੈਣੀਆਂ ਪੈਣਗੀਆਂ। ਤੋਂ ਜਦ ਤੱਕ ਤੁਸੀਂ ਅੱਖ ਚੱਖ ਪਾ ਕੇ ਦੇਖਦੇ ਸੈਂਟਰ ਦੇ, ਜਦ ਤੱਕ ਤੁਹਾਨੂੰ ਬਹੁਤ ਚੀਜ਼ਾਂ ਨਹੀਂ ਮਿਲਣੀਆਂ। ਅਗਰ ਡਿਪੈਂਡੈਂਟ ਹੋ ਗਏ ਅਜੇ ਦੇਖੋ, ਅਜੇ ਥੋੜਾ ਜਿਹਾ ਵੇਟ ਕਰ ਲਓ 2 ਮਹੀਨੇ। ਆਖਰੀ ਸਵਾਲ ਹੈ ਕਿ ਬੱਬੂ ਮਾਨ ਬੜੀ ਮੰਡੀ ਲੱਗੀ ਹੋਈ ਹੈ ਪੰਜਾਬੀ ਫਿਲਮਾਂ ਦੀ ਅੱਜ ਕੱਲ੍ਹ, ਹਫ਼ਤੇ 'ਚ 2-2, 3-3 ਆ ਰਹੀਆਂ ਨੇ। ਕੀ ਹਵਾएं ਜਾਂ ਹਸ਼ਰ ਕੋਈ ਮੁੜ ਕੇ ਆ ਰਹੀ ਹੈ? ਹਵਾएं ਲਿਖ ਲੀजिए ਸੀ, ਹਵਾएं 2 ਹਾਂਜੀ। ਤੇ ਬਸ ਹੁਣ ਕਰ ਦਾਂਗੇ ਸ਼ੁਰੂ।
ਪਹਿਲਾਂ ਕਰੋਨਾ ਕਰਕੇ ਉਦੋਂ ਵਿਚਾਰ ਬਣਾਇਆ ਸੀ, ਫਿਰ ਕਰੋਨਾ ਕਰਕੇ ਸਾਰਾ ਕੰਮ ਹੀ ਖੱਬੇ ਸੱਜੇ ਹੋ ਗਿਆ। ਤੇ ਇੱਕ ਫਿਲਮ ਸੁੱਚਾ ਸੂਰਮਾ ਉਹ ਵੀ ਤਿਆਰ ਹੈ, ਤੇ ਹਸ਼ਰ ਦੀ ਵੀ ਕਹਾਣੀ ਆਲਮੋਸਟ ਨੇੜੇ ਜੇ ਲਿਖ ਲਈ, ਉਹ ਬਣਾਵਾਂਗੇ। ਥੈਂਕ ਯੂ। ਤੇ ਹਾਂ ਸੈਕਰਾਮੈਂਟੋ ਥੋੜਾ ਜਿਹਾ ਅੱਗੇ ਕਰਨਾ ਪਊਗਾ, ਸੈਕਰਾਮੈਂਟ ਦੇ ਸ਼ੋਅ ਦੱਸਿਆ ਸੀਗਾ। ਤੇ ਰਮਨ ਭਾਈ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਭਗਵਾਨ ਜੀ ਦਾ। ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਕੈਲੀਫੋਰਨੀਆ ਧਰਤੀ ਤੇ ਕਿ ਤੁਸੀਂ ਆਏ ਇੱਥੇ ਸ਼ੋਅ ਆ ਤੁਹਾਡੀ। ਅਸੀਂ ਫਰੈਜ਼ਨੋ ਤੋਂ ਅੰਮ੍ਰਿਤਸਰ ਕਲੱਬ ਆਪਣੇ ਵੱਡੇ ਵੀਰ ਰਾਮ ਸਿੱਧੂ ਨਾਲ ਲੜ ਕੇ ਤੁਹਾਡਾ ਫਰੈਜ਼ਨੋ ਸ਼ੋਅ ਕਰਾ ਰਹੇ ਹਾਂ ਜੀ। ਤੇ ਇਹ ਮੇਰਾ ਕੁਐਸਚਨ ਇਹ ਹੈ ਕਿ ਪਿਛਲੇ ਕਾਫੀ ਸਾਲੋਂ ਤੁਸੀਂ ਆਉਂਦੇ ਰਹੇ ਕੈਨੇਡਾ, ਅਮਰੀਕਾ ਸਾਰੇ ਥਾਂ ਸ਼ੋਅ ਕਰਦੇ ਰਹੇ, ਪਰ ਜਿੱਦਾਂ ਕਿ ਹੁਣ ਆਪਣੇ ਸਾਰੀ ਇਹਨਾਂ ਕੰਟਰੀ ਨੇ ਆਪਣੀ ਕਮਿਊਨਿਟੀ ਕਾਫੀ ਵੱਧ ਚੁੱਕੀ ਹੈ, ਤੁਸੀਂ ਵੀ ਫਰਕ ਵੇਖਿਆ ਹੋਣਾ। ਐਰਕਾ ਤੁਹਾਨੂੰ ਕੈਨੇਡਾ ਸ਼ੋਅ ਕਰਕੇ ਤੇ ਅਮਰੀਕਾ ਹੁਣ ਤੁਹਾਡੇ ਵੀ ਸ਼ੋਅ ਹੈ, ਕੁਝ ਫਰਕ ਲੱਗਾ ਕਿ ਆਪਣੀ ਕਮਿਊਨਿਟੀ ਅੱਗੇ ਰਹੋ? ਕੈਨੇਡਾ ਤਾਂ ਬਹੁਤ, ਦੇਖੋ ਕੈਨੇਡਾ ਤਾਂ ਦੁਨੀਆ ਦੇ ਸਭ ਤੋਂ ਵੱਡੇ ਹਾਲ ਆ ਉਹ ਤਾਂ ਬਣ ਗਿਆ। ਹਾਂਜੀ ਕੈਨੇਡਾ ਤਾਂ ਵੈਨਕੂਵਰ ਔਰ ਆਪਣਾ ਟੋਰਾਂਟੋ, ਇਹ ਤੋਂ ਬਾਅਦ ਜੇ ਵੱਡੇ ਹਾਲ ਆਉਣਗੇ ਤਾਂ ਫਿਰ ਮੈਲਬੌਰਨ ਬਣ ਜਾਂਦਾ ਹੈ ਜਾਂ ਸਿਡਨੀ। ਤੁਹਾਨੂੰ ਤੁਹਾਡੀ ਆਡੀਅנס ਜਿਹੜੀ ਅਮਰੀਕਾ ਦਾ ਇਹ ਹੈ ਨਾ ਵੀ ਤੁਹਾਡੇ ਮੈਂ ਜਿਹੜਾ ਮੈਂ ਪੜ੍ਹਿਆ ਇਹ ਇੱਥੇ ਜਿੱਦਾਂ ਹੁਣ ਨਿਊਯਾਰਕ ਸ਼ੋਅ ਹੁੰਦਾ, ਇੱਥੇ ਨਿਊ ਜਰਸੀ ਹੁੰਦਾ, ਨਿਊਯਾਰਕ ਵਾਲੇ ਨਿਊ ਜਰਸੀ ਨਹੀਂ ਜਾਂਦੇ, ਨਿਊ ਜਰਸੀ ਵਾਲੇ ਉੱਧਰ ਨਹੀਂ ਜਾਂਦੇ। ਸੇਮ ਥਿੰਗ ਇੱਥੇ ਜਿੱਦੇ ਹੁਣ ਇੱਥੇ ਸ਼ੋਅ ਇੱਥੋਂ 4 ਘੰਟੇ ਡਰਾਈਵ ਤੇ ਨਹੀਂ ਜਾਂਦੇ। ਇਹਨਾਂ ਦਾ ਵੱਡਾ ਰੂਪ ਤਾਂ ਹੀ ਹੋ ਸਕਦਾ ਜੇ 3 ਦੀ ਜਗ੍ਹਾ ਇੱਕੋ ਸ਼ੋਅ ਹੋਵੇ, ਨਹੀਂ ਫਿਰ ਉਹ ਵੱਡੇ ਜਾਂਦੇ ਸਰ। ਕਾਫੀ ਕਮਿਊਨਿਟੀ ਆ, ਜਿੱਦਾਂ ਕੈਲੀਫੋਰਨੀਆ ਵਿੱਚ ਹਰ ਸਿਟੀ 'ਚ 10,000 ਤੋਂ ਪਲੱਸ ਹੈ, ਜਿੱਦਾਂ ਬੇਕਰਫੀਲਡ ਕਾਫੀ ਪੰਜਾਬੀ ਕਮਿਊਨਿਟੀ ਹੈ। ਤਾਂ ਹੁਣ ਬਹੁਤ ਬੰਦਿਆਂ ਦੀ ਮਜਬੂਰੀ ਵੀ ਹੁੰਦੀ ਹੈ, ਕੰਮ ਏਦਾਂ ਦੇ ਉਹਨਾਂ ਨੂੰ ਆ ਨਹੀਂ ਸਕਦੇ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਜ਼ਿਆਦਾ ਮਤਲਬ ਮੇਲਿਆਂ ਨੂੰ, ਸ਼ੋਆਂ ਨੂੰ, ਈਵਨ ਫਿਲਮਾਂ ਨੂੰ। ਮੇਰਾ ਕੁਐਸਚਨ ਇਹ ਹੋਈ ਕਿ ਫਰਕ ਉਹਦਾ ਸਟੂਡੈਂਟ ਇੱਥੇ ਤੁਹਾਡੇ ਸਟੂਡੈਂਟ ਅਜੇ ਉਹਨੇ ਨਹੀਂ। ਹਾਂਜੀ ਨਹੀਂ, ਕੈਨੇਡਾ ਬਹੁਤ ਹੈ। ਕੈਨੇਡਾ ਤਾਂ ਫਿਰ ਸਟੂਡੈਂਟ ਸਭ ਤੋਂ ਪਹਿਲਾਂ ਸਟੂਡੈਂਟ ਹੀ ਇੱਥੇ ਬਹੁਤੇ ਬਾਰਡਰ ਵਾਲੀ ਹੈ ਜੀ, ਇੱਥੇ ਬਹੁਤੇ ਬਾਰਡਰ ਵਾਲੀ ਬਾਰਡਰ ਕਰ ਗਏ ਭਾਗਾਂ ਵਾਲੇ ਉਹ ਔਰ ਭਾਜੀ ਮੈਂ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਸ਼ੋਅ ਬਾਰੇ ਫਿਰ ਗੱਲ ਕਰ ਲਈਏ। ਜੋ ਤੁਸੀਂ ਹੈ ਸਵਾਲ ਕਿਸੇ ਦਾ ਜੀ, ਤੇ ਜ਼ਰੂਰ ਸਾਰੇ ਸ਼ੋਅ ਦੀ ਜਾਣਕਾਰੀ ਦਿਓ ਸਾਰਿਆਂ ਦੀ। ਮੇਰਾ ਸਵਾਲ ਹੈ ਮੋੜਾ ਜੀ ਮਾਨ ਸਾਹਿਬ, ਫੋਨ ਤੇ ਖੋਲ ਕੇ ਡਿਟੇਲ ਬਹੁਤ ਬਹੁਤ ਧੰਨਵਾਦ ਕੈਲੀਫੋਰਨੀਆ ਆਉਣ ਦਾ। ਅਜੇ ਕੁਐਸਚਨ ਹੈ ਵੀ ਇਹ ਤੋਂ ਤੁਹਾਡੇ ਆਲਰੇਡੀ ਤੁਸੀਂ ਦੇਖਦੇ ਹੋਵੋਗੇ ਜਿਵੇਂ ਤੁਸੀਂ ਕਿਹਾ ਕਿ ਉਧਰ ਬੱਚੇ ਬਹੁਤ ਆਏ ਹੋਏ ਆ, ਇੱਧਰ ਨਹੀਂ ਆ ਰਹੇ, ਪਰ ਜਿਹੜੀ ਇੱਥੋਂ ਬੋਰਨ ਜਨਰੇਸ਼ਨ ਹੈਗੀ ਆ ਉਹ ਤੁਹਾਨੂੰ ਕਿੱਦਾਂ ਲੱਗਦਾ ਹੈ, ਉਹਦੇ ਬਾਰੇ ਤੁਹਾਡਾ ਕੀ ਵਿਚਾਰ? ਦੇਖੋ ਜਦ ਤੱਕ ਜੇ ਤਾਂ ਭਾਸ਼ਾ ਨਾਲ ਜੁੜਿਆ ਫਿਰ ਤਾਂ ਸੰਗੀਤ ਨਾਲ ਵੀ ਜੁੜ ਜਾਣਗੇ। ਜੇ ਤੁਸੀਂ ਘਰਾਂ 'ਚ ਪੰਜਾਬੀ ਬੋਲਦੇ ਹੋ, ਬੱਚੇ ਨੂੰ ਪੰਜਾਬੀ ਦੀ ਤਾਲੀਮ ਵੀ ਹਾਂ, ਹੁਣ ਕਿ ਬੱਚਾ ਤੁਹਾਡਾ ਜੇ ਉਹਦੀ ਸੰਗਤ ਤੇ ਗੋਰਿਆਂ ਦੀ ਯਾਰ ਉਹ ਦੂਜਿਆਂ ਦੀ ਹੋਗੀ, ਬਾਕੀ ਜਿਹੜੇ ਸਾਡੇ ਭਰਾ ਹੋ ਤਾਂ ਫਿਰ ਉਹਨਾਂ ਦਾ ਭਾਸ਼ਾ ਪ੍ਰਤੀ ਵੀ ਪਿਆਰ ਨਹੀਂ ਰਹਿੰਦਾ, ਫਿਰ ਉਹ ਸੰਗੀਤ ਵੀ ਦੂਜਾ ਸੁਣ ਹਿਪ ਹੌਪ ਤੇ ਪੈ ਜਾਂਦੇ ਆ। ਤੇ ਇੱਕ ਸਮੱਸਿਆ ਦੇਖੀ ਸਾਡੀ ਕਮਿਊਨਿਟੀ ਦੀ, ਚਾਈਨੀਜ਼ ਆਉਂਦੇ ਹੈਗੇ ਆ, ਅਰੇਬੀਅਨ ਆਉਂਦੇ ਆ, ਜਦੋਂ ਸਟੂਡੈਂਟ ਆਪਸ ਵਿੱਚ ਮਿਲਦੇ ਆ ਮਤਲਬ ਇੱਧਰ ਦੇ ਬੋਰਨ ਵੀ ਉਹ ਆਪਦੀ ਭਾਸ਼ਾ 'ਚ ਗੱਲ ਕਰਦੇ। ਸਾਡੇ ਬੱਚਿਆਂ ਦੀ ਇਹ ਪ੍ਰੋਬਲਮ ਅੱਜ ਹੁੰਦੇ ਆ ਇਕੱਠੇ ਸਾਡੇ ਬੱਚੇ, ਪਰ ਉਹ ਇੰਗਲਿਸ਼ ਦੇ ਵਿੱਚ ਹੀ ਗੱਲ ਕਰਦੇ ਆ, ਪੰਜਾਬੀ ਨੂੰ ਪਤਾ ਨਹੀਂ। ਉਹ ਫਿਰ ਉਹ ਜਦੋਂ ਛੋਟਾ ਬੱਚਾ ਉਦੋਂ ਤੁਹਾਨੂੰ ਉਹਨੂੰ ਵਰਜਣਾ ਪਊਗਾ, ਉਹਨੂੰ ਸਮਝਾਉਣਾ ਪਊਗਾ। ਜਦ ਤੱਕ ਉਹਨੂੰ ਸਮਝਾਉਣ ਦਾ ਇੱਕ ਮੈਂ ਤਰੀਕਾ ਐਗਜ਼ਾਮਪਲ ਦਿੰਦਾ ਵੀ ਜਦੋਂ ਅਸੀਂ ਇੰਡੀਆ ਦੇ ਵਿੱਚ ਅੰਗਰੇਜ਼ੀ ਸਿੱਖਦੇ ਸੀਗੇ, ਅੰਗਰੇਜ਼ੀ ਸਾਨੂੰ ਪੰਜਾਬੀ ਰਾਹੀਂ ਸਿਖਾਈ ਜਾਂਦੀ ਸੀ। ਇੱਥੇ ਵੀ ਉਹ ਗੱਲ ਉਲਟ ਆ, ਇੱਥੇ ਹੁਣ ਮਤਲਬ ਜਿਹੜੀ ਪੰਜਾਬੀ ਸਿਖਾਈ ਜਾਂਦੀ ਉਹ ਅੰਗਰੇਜ਼ੀ ਰਾਹੀਂ ਸਿਖਾਈ ਜਾਂਦੀ ਹੈਗੀ। ਉਹ ਜਦੋਂ ਕਦੇ ਮੈਂ ਕੋਈ ਟੀਚਰ ਨਾਲ ਗੱਲ ਕਰੀਦੀ ਆ, ਉਹ ਟੀਚਰ ਵੀ ਮਤਲਬ ਗੱਲ ਕਰਦਾ ਤੁਹਾਡੇ ਨਾਲ ਇੰਗਲਿਸ਼ ਦੇ ਵਿੱਚ। ਉਹ ਕਿਹੜਾ ਸਵਾਲ ਉੱਠਦਾ ਹੈਗਾ ਵੀ ਅਸੀਂ ਤਾਂ ਬੱਚਾ ਭੇਜਿਆ ਪੰਜਾਬੀ ਪੜ੍ਹਾਉਣ ਲਈ ਤੇ ਤੁਸੀਂ ਤਾਂ ਆਪ ਹੀ ਇੰਗਲਿਸ਼ ਬੋਲੀ ਜਾਂਦੇ ਬੱਚਿਆਂ ਨੂੰ, ਕਿ ਉਹ ਫਿਰ ਕਹਿੰਦੇ ਵੀ ਸਾਡੀ ਮਜਬੂਰੀ ਹੈ, ਅੰਗਰੇਜ਼ੀ ਤੋਂ ਬਿਨਾਂ ਬੱਚੇ ਸਮਝ ਨਹੀਂ ਸਕਦੇ। ਉਹਦੀ ਮੈਨੂੰ ਵਜ੍ਹਾ ਐ ਲੱਗਦੀ, ਦੇਖੋ ਜਿਹੜੇ ਹਿੰਦੀ ਲੈਂਗੁਏਜ ਨੂੰ ਪਿਆਰ ਕਰਦੇ ਆ, ਜਿਹੜੇ ਹਿੰਦੀ ਲੈਂਗੁਏਜ ਨੂੰ ਫੈਲਾਉਣ ਲੱਗੇ ਉਹ ਤੁਹਾਡੇ ਈਵਨ ਇਹਨਾਂ ਕੰਟਰੀਆਂ 'ਚ ਵੀ 200-400 ਮਿਲੀਅਨ ਉਹਦੀ ਫੰਡਿੰਗ ਹੈ ਉਹਨਾਂ ਦੀ, ਤਾਂ ਕਿ ਉਹ ਭਾਸ਼ਾ ਨੂੰ ਦਾ ਪ੍ਰਸਾਰ ਕਰ ਸਕਣ। ਕੀ ਪੰਜਾਬੀ ਲਈ ਇਸ ਤਰ੍ਹਾਂ ਦੀ ਫੰਡਿੰਗ ਦਾ ਇੰਤਜ਼ਾਮ ਹੈਗਾ? ਨਹੀਂ ਹੈਗਾ। ਇਹ ਦੇਖੋ ਭਾਸ਼ਾ ਨੂੰ ਦੂਜਿਆਂ ਮੁਲਕਾਂ 'ਚ ਆ ਕੇ ਜਿਉਂਦਾ ਰੱਖਣਾ ਇਹ ਬਹੁਤ ਵੱਡਾ ਉਪਰਾਲਾ ਹੈ। ਇਹਦੇ ਲਈ ਤਾਂ ਜਿਵੇਂ ਕਹਿਣਾ ਵੀ ਦਿਨ ਰਾਤ ਇੱਕ ਕਰਨਾ ਪਊਗਾ ਹਰ ਪਰਿਵਾਰ 'ਚੋਂ ਇੱਕ ਬੰਦੇ ਨੂੰ, ਤਾਂ ਅਗਲੀ ਜਨਰੇਸ਼ਨ ਤੱਕ ਜਾਂਦੀ ਹੈ, ਨਹੀਂ ਉਹ ਛੱਡ ਜਾਣ। ਪ੍ਰਵੀਨ ਜੀ ਧੰਨਵਾਦ ਕਰਨ ਵਾਲੇ ਪਹਿਲਾਂ ਸਾਰੇ ਸ਼ੋਅ ਬਾਰੇ ਦੱਸ ਦਿਓ ਜੀ, ਜਿਹੜੇ ਦੁਬਾਰਾ ਫਿਰ ਇੱਕ ਵਾਰ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਇਸ ਟਾਈਮ ਦੇਖ ਰਹੇ ਨੇ, ਤੇ ਸ਼ੋਅਾਂ ਦੀ ਪੂਰੀ ਡਿਟੇਲ ਦੱਸ ਕੇ ਫਿਰ ਤੁਸੀਂ ਧੰਨਵਾਦ ਕਰੋ ਬੱਬੂ ਮਾਨ ਸਾਹਿਬ ਦਾ ਵੀ ਤੇ ਆਏ ਹੋਏ ਸਾਡੇ ਪਤਵੰਤ ਸਾਹਿਬ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਧੰਨਵਾਦ ਸਭ ਤੋਂ ਪਹਿਲੇ ਕਰ ਦਿੰਦੇ ਮੈਂ ਬਹੁਤ ਆਨਰ ਹੈ ਸਾਡਾ ਕਿ ਮਾਨ ਸਾਹਿਬ ਜਿਹੜੇ ਸਾਡੇ ਇੱਥੇ ਅਮਰੀਕਾ 'ਚ ਆਏ ਸ਼ੋਅ ਕਰਨ ਵਾਸਤੇ,
ਇਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਕਦੀ ਨਾ ਕਦੀ, ਤੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਲਾਈਕ ਆਪਣੇ ਪੰਜਾਬੀ ਜਿਹੜੇ ਪੰਜਾਬੀ ਬੋਲਣ ਵਾਲੇ ਸਾਰਿਆਂ ਨੂੰ ਤੇ ਪੰਜਾਬੀ ਨੂੰ ਵੀ ਹਮੇਸ਼ਾ ਕਹਿੰਦੇ ਰਹਿੰਦੇ ਨਹੀਂ ਜਿਸ ਤਰ੍ਹਾਂ ਮਰਜ਼ੀ ਆਪਾਂ ਸਪੋਰਟ ਕਰਨੀ ਇਹਨਾਂ ਨੂੰ। ਤੇ ਹੁਣ ਬਾਕੀ ਸ਼ੋਅ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਿਸ ਤਰ੍ਹਾਂ ਆਪਣੇ ਰਮਨ ਜੀ ਇਹਨਾਂ ਨੇ ਭਾਈ ਨੇ ਦੱਸ ਦਿੱਤਾ ਕਿ ਸਾਡਾ ਹੁਣ ਲੇਟਰ ਤੁਹਾਨੂੰ ਪਤਾ ਹੀ ਕਿ 9 ਜੁਲਾਈ ਨੂੰ ਹੈਗਾ ਬੇਕਰਸਫੀਲਡ, ਉਸ ਤੋਂ ਬਾਅਦ 15 ਜੁਲਾਈ ਨੂੰ ਹੈਗਾ ਲਾਸ ਐਂਜਲਸ, ਤੇ 16 ਜੁਲਾਈ ਨੂੰ ਬੇ ਏਰੀਆ, ਤੇ 22 ਜੁਲਾਈ ਨੂੰ ਹੈਗਾ ਆਪਣਾ ਸਿਆਟਲ, 23 ਜੁਲਾਈ ਨੂੰ ਹੈਗਾ ਫ੍ਰਿਜ਼ਨੋ, 30 ਜੁਲਾਈ ਨੂੰ ਨਿਊਯਾਰਕ, ਤੇ 31 ਜੁਲਾਈ ਨੂੰ ਹੈਗਾ ਵਰਜੀਨੀਆ। ਤੇ ਇਹਦੇ ਵਿੱਚ ਇੱਕ ਸ਼ੋਅ ਸੈਕਰਾਮੈਂਟੋ ਦਾ ਅਸੀਂ ਲਾਈਕ ਰੀਸ਼ੈਡਿਊਲ ਕਰਾਂਗੇ, ਉਹਦੀ ਡੇਟ ਜਲਦੀ ਹੀ ਅਨਾਉਂਸ ਕਰ ਦਾਂਗੇ। ਤੇ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਕਿ ਆਪਣਾ ਮਾਨ ਸਾਹਿਬ ਵੀ ਬਹੁਤ ਪਿਆਰ ਕਰਦੇ ਸਾਰਿਆਂ ਨੂੰ, ਜਿਹੜੇ ਵੀ ਆਪਣੇ ਦਰਸ਼ਕ ਹੈਗੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ, ਸਾਰੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਆ, ਸਾਰੇ ਮਾਨ ਸਾਹਿਬ ਨੇ ਜਿਹੜੇ ਵੀ ਆਲ ਓਵਰ ਅਮਰੀਕਾ ਸ਼ੋਅ ਹੋ ਰਹੇ ਸਾਰੇ ਆਓ ਤੇ ਰੌਣਕਾਂ ਲਾਓ। ਤੇ ਇਸ ਦੇ ਨਾਲ ਹੀ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੇ ਵਿੱਚ ਆਏ, ਇਹਨਾਂ ਨੇ ਸ਼ੋਅ ਤੇ ਅਮਰੀਕਾ 'ਚ ਸ਼ੋਅ ਕੀਤੇ। ਥੈਂਕ ਯੂ। ਬੋਲਣਾ ਜੀ ਰਮਨ ਭਾਈ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ। ਤੁਸੀਂ ਨਾਲ ਕਰੋ ਉਹ ਕਿੱਥੇ ਆ ਹਾਰਪਰ ਜੀ, ਹਾਰਪਰ ਭਾਈ ਇੱਥੇ ਕਰ ਭਾਈ, ਇੱਥੇ ਕਰ ਲਓ ਰਮਨ, ਇੱਥੇ ਆਓ ਭਾਈ। ਉਹਨਾਂ ਜੀ ਨੇ ਭਾਜੀ ਵਾਈਟ ਕਰਨ ਲੱਗੇ ਆ ਦੀ ਡੇਟ ਦੱਸ ਦੋ ਨਾ। ਇੱਕ ਮਿੰਟ ਜਿਹੜਾ ਪ੍ਰਵੀਨ ਜੀ ਉਧਰ ਖੜ ਜਾਓ ਕੋਲੇ। ਸਤਿ ਸ਼੍ਰੀ ਅਕਾਲ ਜੀ। 23 ਤਰੀਕ ਨੂੰ 23 ਜੁਲਾਈ ਨੂੰ ਫ੍ਰਿਜ਼ਨੋ ਪ੍ਰੋਗਰਾਮ ਹੈ। ਸਾਰੇ ਵੀਰ ਭੈਣ ਬੱਚੇ ਬਜ਼ੁਰਗ ਆਓ, ਲਾਈਏ ਫਿਰ ਰੌਣਕ ਕਰੀਏ ਨਾ ਜਲਦੀ। ਇੱਕ ਸਾਡੇ ਦੇ ਵਾਈਟ ਬਾਰੇ ਦੇਖੋ ਦੇਖੋ ਫੋਟੋ ਫੋਟੋ ਖਿੱਚਦੇ ਕਹਿੰਦਾ ਦੱਸ ਲਓ ਜਦੋਂ ਆਫ ਕਰ ਮੈਂ ਤਾਂ ਹੋ ਗਿਆ ਉਹ ਗਈ ਨਹੀਂ ਬਾਈ। ਅੱਛਾ ਅੱਛਾ ਪਾਣੀ